ਨਾਨਕ ਜਿਨ ਸੁਣਿਆ ਦੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸ਼ਨ, ਮੇਰਾ ਮਨ ਧੀਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਹੇ। ਅੰਧ ਲਖੈ ਬਦਰੂ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਨਾਨਕ ਫਿੱਕੈ ਬੋਲਿਐ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ। ਨਾਨਕ ਫਿੱਕੈ ਬੋਲਿਐ, ਤਨ ਮਨ ਫਿੱਕਾ ਹੋਏ। ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵਡਭਾਗੀ ਹਾਂ, ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਮਿਹਰਾਮਤ ਕੀਤੀ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਆਪਣੇ ਦਰਸ਼ਨ ਦਿਦਾਰੇ ਬਖਸ਼ੇ ਹਨ, ਜਿਨ੍ਹਾਂ ਦੀ ਬਾਬਤ ਗੁਰਬਾਣੀ ਪ੍ਰਮਾਣ ਕਰਦੀ ਹੈ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਗੁਰਸਿੱਖਾਂ ਦੀ ਤੇ ਇਹੋ ਹੀ ਵੇਦਨਾ ਰਹੀ ਬੜੇ ਸਮੇਂ ਤੋਂ ਕਿ ਸਤਿਗੁਰੂ ਜੀ ਜੇ ਆਪ ਜੀ ਦੇ ਦਰਸ਼ਨ ਕਰਦੇ ਹਾਂ ਤੇ ਤਾਂ ਹੀ ਜੀਂਦੇ। ਜੇ ਵਿਸਰਦਾ ਹੈ ਤੇ ਸਾਡਾ ਮਰਨ ਹੁੰਦਾ ਹੈ। ਜੇ ਤੇਰੇ ਦਰਸ਼ਨ ਕਰਦੇ ਹਾਂ, ਜੇ ਵਾਹਿਗੁਰੂ ਜੀ ਤੂੰ ਚੇਤੇ ਹੈ, ਤਾਂ ਹੀ ਸਾਡਾ ਜਿਉਣਾ ਸਫਲ ਹੈ। ਜੀਣਾ ਮੰਨਿਆ ਹੀ ਤਾਂ ਜਾਂਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਣ। ਜੇ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ, ਉਹ ਤੇ ਭਾਈ ਮ੍ਰਿਤਕ ਮੜਾ ਹੈ।
ਉਹਨੂੰ ਜਿਉਂਦਾ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਜਿਹਦੇ ਅੰਦਰੋਂ ਪਿਆਸ ਹੀ ਨਹੀਂ ਜਾਗੀ ਕਿ ਜਿੰਨੇ ਮੇਰੀ ਇੰਨੀ ਰਚਨਾ ਸੁੰਦਰ ਬਣਾਈ, ਇੰਨੀ ਸੋਹਣੀ ਕਾਇਆ ਰਚ ਦਿੱਤੀ, ਉਹਦੇ ਦਰਸ਼ਨ ਵੀ ਕਰੀਏ। ਕਿਹੋ ਜਿਹਾ ਹੈ ਉਸ ਵਾਹਿਗੁਰੂ ਦਾ ਸੁੰਦਰ ਰੂਪ, ਕੀ ਉਸ ਵਾਹਿਗੁਰੂ ਨੇ ਰਚਨਾ ਲਾਈ ਹੈ। ਜਿਹਦੇ ਅੰਦਰ ਤੇ ਇਹ ਵੇਦਨਾ ਹੈ ਉਹ ਤੇ ਜਿਉਂਦਾ ਹੈ, ਪਰ ਜਿਹਦੇ ਅੰਦਰ ਵੇਦਨਾ ਨਹੀਂ ਨਾ ਕੋਈ, ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਦੁਰਲੱਭ ਹਨ ਕਿ ਨਹੀਂ। ਇਹ ਸਮਾਂ ਕਿਹੋ ਜਿਹਾ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਤੇ ਮ੍ਰਿਤਕ ਮੜਾ ਹੈ, ਉਹਨੂੰ ਜਿਉਂਦਾ ਨਹੀਂ ਕਹਿ ਸਕਦੇ। ਇਸ ਕਰਕੇ ਸਮਾਂ ਸਫਲਾ ਹੈ, ਗੁਰੂ ਕੀ ਸਾਧ ਸੰਗਤ ਹੋਈ। ਗੁਰਮੁਖ ਜਨਾਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਗੁਰਬਾਣੀ ਜਾਪ ਆਪ ਸੰਗਤ ਨੂੰ ਸਰਵਣ ਕਰਵਾਏ ਹਨ। ਸੰਗਤ ਨੇ ਭਾਵ ਭਾਵਨੀ ਦੇ ਨਾਲ ਗੁਰਬਾਣੀ ਜਾਪ ਸਰਵਣ ਕੀਤੇ ਹਨ। ਆਓ ਮਨੋ ਬਿਰਤੀਆਂ ਇਕਾਗਰ ਕਰੀਏ, ਲੜੀਵਾਰ ਕਥਾ ਸ੍ਰੀ ਆਸਾ ਜੀ ਕੀ ਵਾਰ ਕੇ ਨਾਲ ਜੁੜੀਏ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਗੁਰਬਾਣੀ ਦੀ ਜੋ ਵਿਆਖਿਆ ਚੱਲ ਰਹੀ ਹੈ ਉਹਦੇ ਨਾਲ ਜੁੜੀਏ। ਜਿਵੇਂ ਸਤਿਗੁਰੂ ਜੀ ਬੁੱਧ ਸਮਤ ਦਿੰਦੇ ਹਨ, ਉਸ ਪ੍ਰਕਾਰ ਜਿਵੇਂ ਜਿਵੇਂ ਸਤਿਗੁਰਾਂ ਨੂੰ ਭਾਵੇਗਾ ਉਵੇਂ ਉਵੇਂ ਮਹਾਰਾਜ ਸਾਹਿਬ ਜੀ ਆਪਣੀ ਵਡਿਆਈ ਕਰਵਾ ਲੈਣ। ਮਨੋ ਬਿਰਤੀਆਂ ਨੂੰ ਇਕਾਗਰ ਕਰੀਏ, ਪ੍ਰੇਮ ਪਿਆਰ ਦੇ ਵਿੱਚ ਭਿੱਜ ਕੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪਹਿਲੇ ਸਰੂਪ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ। ਸਾਰੀ ਸ੍ਰਿਸ਼ਟੀ ਦੇ ਰਹਿਬਰ ਖੁਦ ਖੁਦਾ ਆਪ ਨਿਰੰਕਾਰ ਜੀ ਮਹਾਰਾਜ, ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਸ਼ਬਦ ਦਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਉਸ ਵਾਹਿਗੁਰੂ ਨਿਰੰਕਾਰ ਦੇ ਸ਼ਬਦ ਦੇ ਨਾਲ ਸਿੱਧਾਂ ਦੀ ਮੰਡਲੀ ਜਿੱਤ ਲਈ। ਸਿੱਧ ਸੰਗਤ ਜੀ ਬਹੁਤ ਜ਼ਿਆਦਾ ਕਰਾਮਾਤੀ ਲੋਕ ਸਨ, ਰਿੱਧੀਆਂ ਸਿੱਧੀਆਂ ਇਹਨਾਂ ਦੇ ਵਸ ਵਿੱਚ ਸੀ, ਪਰ ਮੁਕਤੀ ਦੇ ਦਾਤੇ ਦੇ ਅਜੇ ਦਰਸ਼ਨ ਨਹੀਂ ਹੋਏ ਸਨ। ਹਜੇ ਸੱਚੇ ਦੀ ਬਾਹ ਨਹੀਂ ਫੜੀ ਸੀ, ਦੇਹਧਾਰੀ ਗੁਰੂ ਦੇ ਮਨ ਲੱਗੇ ਸੀ, ਕੋਈ ਸੱਚਾ ਗੁਰੂ ਧਾਰਨ ਨਹੀਂ ਕੀਤਾ ਸੀ। ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਹਨਾਂ ਦੀ ਮੰਡਲੀ ਸ਼ਬਦ ਦੇ ਨਾਲ ਜਿੱਤ ਲਈ ਤੇ ਸਿੱਧਾਂ ਨੇ ਮਹਾਰਾਜ ਸਾਹਿਬ ਜੀ ਦੀ ਚਰਨ ਸਰਨ ਵਿੱਚ ਆ ਕੇ ਆਪਦਾ ਮਨ ਜਿੱਤ ਲਿਆ। ਫਿਰ ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਫਿਰ ਤੇ ਸਿੱਧਾਂ ਨੂੰ ਵੀ ਕਹਿਣਾ ਪੈ ਗਿਆ ਕਿ ਧੰਨ ਗੁਰੂ ਨਾਨਕ ਦੇ ਨਿਰੰਕਾਰ ਪਰਮਾਤਮਾ ਜੀ, ਆਪ ਜੀ ਦੀ ਵਡਿਆਈ ਜਿਹੜੀ ਵੱਡੀ ਹੈ, ਕਹਿਣ ਕਥਨ ਤੋਂ ਪਰੇ ਹੈ, ਕੋਈ ਕਥਨ ਨਹੀਂ ਕਰ ਸਕਦਾ। ਐਸੇ ਦੀਨ ਦਿਆਲ ਸਤਿਗੁਰਾਂ ਦੀ ਪਾਵਨ ਅਕਾਲੀ ਗੁਰਬਾਣੀ ਸ੍ਰੀ ਆਸਾ ਜੀ ਕੀ ਵਾਰ ਕੇ ਅੰਦਰ ਸਤਿਗੁਰੂ ਜੀ ਪਾਵਨ ਉਪਦੇਸ਼ ਬਖਸ਼ਦੇ ਹਨ। ਨਾਨਕ ਫਿੱਕਾ ਬੋਲਿਐ ਤਨ ਮਨ ਫਿੱਕਾ ਹੋਏ। ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਹੈ। ਦੁਪਹਿਰ ਵੇਲੇ ਦੇ ਦੀਵਾਨ ਸਜੇ ਹਨ, ਗੁਰੂ ਕੀ ਸੰਗਤ ਬੜੇ ਉਤਸ਼ਾਹ ਦੇ ਨਾਲ ਜਿੱਧਰੋਂ ਕਿਧਰੋਂ ਰਾਹ ਮਿਲਦਾ ਉਧਰੋਂ ਹੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਭੱਜੀ ਆਉਂਦੀ, ਕਿਉਂਕਿ ਪ੍ਰੇਮ ਹੀ ਇੰਨਾ ਹੈ। ਜਦੋਂ ਧਰਤੀ ਤੇ ਰੱਬ ਆ ਜਾਵੇ ਭਾਈ, ਉਦੋਂ ਪਿਆਸੇ ਨੂੰ ਜਿਵੇਂ ਪਾਣੀ ਮਿਲ ਜਾਵੇ ਤੇ ਪਾਣੀ ਹੋਵੇ ਦੂਰ ਦੀ ਵਾਟ ਤੇ, ਫਿਰ ਪਿਆਸਾ ਭੱਜ ਕੇ ਜਾਂਦਾ ਹੈ ਕਿ ਮੇਰੀ ਪਿਆਸ ਬੁਝ ਜਾਵੇ। ਇਸੇ ਤਰ੍ਹਾਂ ਹੀ ਕਲਯੁਗੀ ਜੀਵਾਂ ਦੇ ਜਿਹੜੇ ਸੀਨੇ ਸੀ, ਹਿਰਦੇ ਸੀ, ਬੜੇ ਸੜ ਰਹੇ ਸੀ, ਬਲ ਰਹੇ ਸੀ ਵਿਸ਼ੇ ਵਿਕਾਰਾਂ ਦੇ ਅੰਦਰ। ਤੇ ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ ਜੀ ਇਸ ਪ੍ਰਕਾਰ ਨੇ ਗੁਰ ਦਾਤਾ ਗੁਰ ਹਿਵੈ ਘਰ, ਮਹਾਰਾਜ ਸਾਹਿਬ ਜੀ ਤੇ ਠੰਡ ਵਰਤਾਉਂਦੇ ਨੇ ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ। ਇਸ ਕਰਕੇ
ਸਾਰੀਆਂ ਸੰਗਤਾਂ ਹੀ ਪ੍ਰੇਮ ਪਿਆਰ ਦੇ ਵਿੱਚ ਭਿੱਜ ਕੇ ਵਿਕਾਰਾਂ ਦੀ ਅੱਗ ਬੁਝਾਉਣ ਦੇ ਵਾਸਤੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਭੱਜੀਆਂ ਹੁੰਦੀਆਂ ਨੇ। ਜਿੱਧਰ ਦੀ ਕਿਸੇ ਨੂੰ ਰਾਹ ਮਿਲਦਾ ਉੱਧਰ ਦੀ ਆਈ ਜਾਂਦੀਆਂ ਨੇ। ਤੇ ਇੱਕ ਜੱਟ ਕਿਸਾਨ ਜਿਹੜਾ ਹੰਕਾਰੀ ਬਿਰਤੀ ਵਾਲਾ ਹੈ, ਉਹਦੀ ਪੈਲੀ ਦੇ ਵਿੱਚੋਂ ਸੰਗਤਾਂ ਲੰਘ ਰਹੀਆਂ ਨੇ ਤੇ ਉਹ ਸੰਗਤ ਨੂੰ ਮਾੜੇ ਵਚਨ ਬੋਲਦਾ, ਫਿੱਕੇ ਵਚਨ ਬੋਲਦਾ, ਬੇਰਸੀ ਵਾਲੇ ਵਚਨ ਬੋਲਦਾ ਹੈ, ਮੰਦਭਾਗੇ ਵਚਨ ਬੋਲਦਾ ਹੈ, ਅਪਸ਼ਗਨੇ ਵਚਨ ਬੋਲਦਾ ਹੈ ਸੰਗਤ ਨੂੰ, ਗੁਰੂ ਕੀ ਸਾਧ ਸੰਗਤ। ਇੰਨੀ ਦੂਰੋਂ ਦੂਰੋਂ ਸੰਗਤ ਆ ਰਹੀ ਹੈ, ਪਰ ਉਹਨੂੰ ਆਪਦੀ ਪੈਲੀ ਦੀ ਜ਼ਮੀਨ ਦੀ ਚਿੰਤਾ ਹੈ, ਗੁਰੂ ਨਾਨਕ ਦੀ ਵਡਿਆਈ ਨੂੰ ਨਹੀਂ ਜਾਣਦਾ, ਸੰਗਤ ਨੂੰ ਮਾੜਾ ਬੋਲੀ ਜਾ ਰਿਹਾ ਹੈ। ਤੇ ਇਸੇ ਪ੍ਰਕਾਰ ਹੀ ਬੋਲਦਾ ਬੋਲਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਸਨਮੁਖ ਆ ਖਲੋਤਾ ਤੇ ਗੁਰੂ ਕੀ ਸੰਗਤ ਨੂੰ ਮਾੜਾ ਕਹਿਣ ਲੱਗ ਪਿਆ। ਸਤਿਗੁਰੂ ਜੀ ਤੁਸੀਂ ਸਮਝਾਓ ਸੰਗਤ ਨੂੰ, ਇਹ ਮੇਰੀ ਜ਼ਮੀਨ ਦੇ ਵਿੱਚੋਂ ਦੀ ਆਉਂਦੇ ਨੇ, ਸਾਰੀ ਫਸਲਵਾੜੀ ਨੂੰ ਖਰਾਬ ਕਰੀ ਜਾਂਦੇ ਨੇ, ਆਪ ਜੀ ਸਮਝਾਓ ਸੰਗਤ ਨੂੰ ਇਸ ਪ੍ਰਕਾਰ ਨਾ ਕਰਨ। ਬੜੇ ਫਿੱਕੇ ਵਚਨ ਬੋਲ ਰਿਹਾ। ਉਸ ਜ਼ਿਮੀਂਦਾਰ ਦੀ ਬਾਬਤ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ ਜੀ ਸਮੁੱਚੇ ਸੰਸਾਰ ਨੂੰ ਪਾਵਨ ਉਪਦੇਸ਼ ਬਖਸ਼ਦੇ ਹਨ। ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ ਹੋਏ। ਸਤਿਗੁਰੂ ਜੀ ਫਰਮਾਨ ਕਰਨ ਲੱਗੇ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਫਿੱਕਾ ਵਚਨ ਬੋਲਾਂਗੇ ਨਾ ਤਨ ਮਨ ਫਿੱਕਾ ਹੋਏ। ਤਨ ਤੇ ਫਿੱਕਾ ਹੋਵੇਗਾ ਹੀ ਹੋਵੇਗਾ, ਇਹਦੇ ਮਨ ਤੇ ਵੀ ਬੜਾ ਗਹਿਰਾ ਅਸਰ ਹੋਵੇਗਾ। ਜੇ ਕਿਸੇ ਨੂੰ ਕੋਈ ਮਾੜਾ ਵਚਨ ਬੋਲਾਂਗੇ ਨਾ, ਕੋਈ ਕੌੜਾ ਵਚਨ ਬੋਲਾਂਗੇ, ਮਹਾਰਾਜ ਸਾਹਿਬ ਜੀ ਕਹਿੰਦੇ ਤਨ ਤੇ ਵੀ ਉਹਦਾ ਪੈਣਾ ਹੀ ਅਸਰ, ਮਨ ਤੇ ਵੀ ਬੜਾ ਡੂੰਘਾ ਅਸਰ ਪੈਂਦਾ ਹੈ ਉਹਦਾ। ਕਈ ਵਾਰੀ ਜੀਵ ਵੀ ਕਿਸੇ ਨੂੰ ਮਾੜਾ ਵਚਨ ਬੋਲ ਦਿੰਦਾ ਹੈ, ਕੌੜਾ ਵਚਨ ਬੋਲ ਦਿੰਦਾ, ਫਿਰ ਆਪ ਨੂੰ ਪਛਤਾਪ ਆਉਂਦਾ, ਪਛਤਾਤਾਪ ਲੱਗਦਾ ਹੈ ਕਿ ਇਹ ਕੀ ਬੋਲ ਬੈਠਾ ਮੈਂ। ਮਨ ਤੇ ਬੜੀ ਡੂੰਘੀ ਸੱਟ ਲੱਗਦੀ ਹੈ, ਮੈਨੂੰ ਬੋਲਣਾ ਨਹੀਂ ਚਾਹੀਦਾ ਸੀ, ਕੋਈ ਗੱਲ ਤੇ ਏਡੀ ਹੈ ਨਹੀਂ ਸੀ ਜਿੰਨੀ ਮੈਂ ਕਰ ਦਿੱਤੀ ਉਹਨੂੰ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਜੇ ਕਿਸੇ ਨੂੰ ਬੇਰਸੀ ਵਾਲਾ ਵਚਨ ਬੋਲਾਂਗੇ ਫਿਰ ਤਨ ਤੇ ਬੇਰਸਾ ਹੋਣਾ ਹੈ, ਮਨ ਵੀ ਫਿੱਕਾ ਪੈ ਜਾਵੇਗਾ। ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਫਿੱਕੇ ਵਚਨ ਬੋਲਣ ਵਾਲੇ ਸਾਰੇ ਫਿਰ ਬੇਰਸੀ ਵਾਲਾ ਸਮਝਣਗੇ ਕਿ ਇਹਨੂੰ ਤੇ ਬੋਲਣ ਦੀ ਜਾਚ ਨਹੀਂ, ਇਹਨੂੰ ਕੀ ਬੁਲਾਉਣਾ। ਫਿਰ ਕੋਈ ਉਹਨੂੰ ਚਾਹੀ ਤਰ੍ਹਾਂ ਮੂੰਹ ਨਹੀਂ ਲਾਉਂਦਾ ਸੰਸਾਰ ਦੇ ਉੱਤੇ, ਤੇ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਫਿਰ ਉਹਨੂੰ ਫਿੱਕਾ ਹੀ ਸਮਝਿਆ ਜਾਂਦਾ ਹੈ, ਤੇ ਜਿਹੜੀ ਉਹਦੀ ਸੋਭਾ ਹੈ ਨਾ ਉਹ ਵੀ ਫਿੱਕੀ ਹੋ ਜਾਂਦੀ ਹੈ। ਜਿਹੜਾ ਮਾੜੇ ਵਚਨ ਬੋਲਦਾ ਹੈ ਨਾ, ਹਰੇਕ ਨੂੰ ਸਿੱਧੇ ਮੂੰਹ ਗੱਲ ਨਹੀਂ ਕਰਦਾ। ਮਹਾਰਾਜ ਸਾਹਿਬ ਕਹਿੰਦੇ ਜਿਹੜੀ ਉਹਦੀ ਸੋਭਾ ਨਾ ਸੰਸਾਰ ਦੇ ਉੱਤੇ, ਭਾਵੇਂ ਜਿੰਨਾ ਮਰਜ਼ੀ ਧਨ ਚੁੱਕੀ ਫਿਰੇ ਆਪਦੇ ਕੋਲ, ਤੇ ਭਾਵੇਂ ਕੋਈ ਜਿੰਨਾ ਮਰਜ਼ੀ ਕੋਈ ਸ੍ਰੇਸ਼ਟ ਧਰਮੀ ਬਣ ਜਾਵੇ, ਕਵੀ ਕਿ ਮੈਂ ਗੁਰੂ ਕਾ ਗ੍ਰੰਥੀ ਸਿੰਘ ਹਾਂ, ਕਥਾਵਾਜ ਕਹਾਂ, ਪਰ ਮਹਾਰਾਜ ਸਾਹਿਬ ਕਹਿੰਦੇ ਜਿੰਨਾ ਚਿਰ ਫਿੱਕਾ ਬੋਲ ਬੋਲਦਾ ਨਾ, ਕਿਸੇ ਨੂੰ ਮਿੱਠਾ ਨਹੀਂ ਬੋਲਦਾ, ਬੇਰਸੀ ਵਾਲੇ ਬੋਲ ਬੋਲਦਾ, ਕਈ ਗੱਲਾਂ ਦਾ ਮਤਲਬ ਵੀ ਨਹੀਂ ਹੁੰਦਾ, ਉਹ ਵੀ ਐਵੇਂ ਫਾਲਤੂ ਹੀ ਬੋਲੀ ਜਾਂਦਾ, ਵਾਹ ਦੁਆਹ ਵਾਲੇ ਵਚਨ ਬੋਲਦਾ, ਮਹਾਰਾਜ ਸਾਹਿਬ ਕਹਿੰਦੇ ਉਹਦੀ ਜਿਹੜੀ ਸੋਭਾ ਨਾ ਸੰਸਾਰ ਦੇ ਉੱਤੇ ਉਹ ਸਾਰੀ ਫਿੱਕੀ ਪੈ ਜਾਂਦੀ ਹੈ। ਫਿੱਕਾ ਦਰਗਹ ਸੱਟੀਐ ਮੋਹਿ ਥੁੱਕਾ ਫਿੱਕੇ ਪਾਏ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨੂੰ ਇਸ ਲੋਕ ਦੇ ਵਿੱਚ ਤੇ ਲੋਕ ਬੇਰਸਾ ਆਂਦੇ ਹੀ ਨੇ, ਫਿੱਕਾ ਆਂਦੇ ਨੇ, ਪਰ ਕਹਿੰਦੇ ਦਰਗਾਹ ਦੇ ਵਿੱਚ ਵੀ ਉਹਨੂੰ ਫਿੱਕਾ ਹੀ ਸਮਝਿਆ ਜਾਂਦਾ, ਬੇਰਸਿਆ ਸਮਝਿਆ ਜਾਂਦਾ। ਜਿਵੇਂ ਸੰਗਤ ਜੀ ਫਲ ਹੋਵੇ ਪਰ ਹੋਵੇ ਬੇਰਸਾ, ਉਹਨੂੰ ਸਿੱਟ ਦਿੰਦੇ ਨੇ, ਖਾਂਦੇ ਨਹੀਂ, ਕਿਉਂਕਿ ਹੁੰਦਾ ਹੀ ਅੰਦਰੋਂ ਬੇਰਸਾ। ਭਾਵੇਂ ਰਸ ਵਾਲੇ ਫਲ ਦੇ ਨਾਲੋਂ ਜ਼ਿਆਦਾ ਮੋਟਾ ਤਾਜ਼ਾ ਹੋਵੇ, ਪਰ ਜਦੋਂ ਅੰਦਰੋਂ ਬੇਰਸਾ ਹੋਵੇ ਨਾ, ਉਹਨੂੰ ਸਿੱਟ ਦਿੰਦੇ ਨੇ ਕਿ ਰਸ ਨਹੀਂ ਹੈਗਾ, ਇਹਦਾ ਕੋਈ ਫਾਇਦਾ ਨਹੀਂ। ਇਸੇ ਪ੍ਰਕਾਰ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਉਹ ਜੀਵ ਸਿੱਟਿਆ ਜਾਂਦਾ ਹੈ ਨਰਕਾਂ ਨੂੰ, ਜਿਹਨੇ ਸੰਸਾਰ ਤੇ ਰਹਿ ਕੇ ਕਿਸੇ ਨੂੰ ਚੰਗਾ ਨਹੀਂ ਬੁਲਾਇਆ, ਹਰੇਕ ਨੂੰ ਮਾੜੇ ਬੋਲ ਬੋਲਦਾ ਰਿਹਾ,
ਕਈ ਬੋਲਾਂ ਦਾ ਕੋਈ ਮਤਲਬ ਵੀ ਨਹੀਂ ਸੀ, ਐਵੇਂ ਫਾਲਤੂ ਹੀ ਬੋਲੀ ਗਿਆ। ਮਹਾਰਾਜ ਸਾਹਿਬ ਜੀ ਕਹਿੰਦੇ ਦਰਗਾਹ ਦੇ ਵਿੱਚ ਉਹਨੂੰ ਸੁੱਟਿਆ ਜਾਂਦਾ ਹੈ। ਮੋਹੇ ਥੁੱਕਾ ਫਿੱਕੇ ਪਾਏ। ਫਿਰ ਪ੍ਰਲੋਕ ਦੇ ਵਿੱਚ ਤੇ ਇਸ ਲੋਕ ਦੇ ਵਿੱਚ ਉਹਨੂੰ ਲਾਂਤਾ ਰੂਪ ਥੁੱਕਾਂ ਪੈਂਦੀਆਂ ਹਨ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਤੇ ਫਿੱਕਾ ਬੋਲਣ ਵਾਲਾ ਹਮੇਸ਼ਾ ਇਹ ਮੂਰਖ ਸਮਝਿਆ ਜਾਂਦਾ ਹੈ। ਜਿਹੜਾ ਫਿੱਕੇ ਬੋਲ ਬੋਲਦਾ ਰਹਿੰਦਾ ਨਾ, ਕਦੀ ਨਹੀਂ ਕਿਸੇ ਨਾਲ ਚੰਗਾ ਬੋਲਿਆ, ਨਾ ਆਪਦੇ ਪਰਿਵਾਰ ਵਿੱਚ ਕਦੀ ਚੰਗਾ ਬੋਲਿਆ। ਜੇ ਬਾਹਰ ਨਿਕਲ ਆਵੇ ਘਰੋਂ ਤੇ ਉਦੋਂ ਵੀ ਫਿੱਕਾ ਹੀ ਬੋਲੀ ਜਾਣਾ, ਸਾੜ ਦੇ ਵਿੱਚ ਰਹਿਣਾ, ਈਰਖਾ ਦੁਵੈਖ ਦੇ ਵਿੱਚ ਰਹਿਣਾ, ਹੰਕਾਰੀ ਵਿਕਾਰੀ ਹੋ ਕੇ ਹਰੇਕ ਨੂੰ ਫਿੱਕਾ ਬੋਲੀ ਜਾਣਾ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨੂੰ ਮੂਰਖ ਆਖਿਆ ਜਾਂਦਾ ਹੈ, ਜਿਹੜਾ ਆਪਦੇ ਮੂੰਹ ਦੀ ਗੱਲ ਰੱਖੇ ਕੇਵਲ ਤੇ ਕੇਵਲ, ਹੋਰ ਕਿਸੇ ਦੀ ਨਾ ਸੁਣਦਾ ਹੋਵੇ, ਕੌੜੇ ਵਚਨ ਬੋਲਦਾ ਹੋਵੇ। ਪਾਣਾ ਲਹਿ ਸਜਾਏ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨੂੰ ਫਿਰ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਜੁੱਤੀਆਂ ਪੈਂਦੀਆਂ। ਜਿਵੇਂ ਕਲਗੀਧਰ ਮਹਾਰਾਜ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਦਸਮ ਗ੍ਰੰਥ ਦੇ ਅੰਦਰ ਇੱਕ ਜਲਾਏ ਦਾ ਚਰਿੱਤਰ ਲਿਖਿਆ ਹੈ। ਸਾਰਿਆਂ ਨੇ ਵੈਸੇ ਆਮ ਤੌਰ ਤੇ ਸਰਵਣ ਕੀਤਾ ਹੈ। ਉਹ ਮਹਾਰਾਜ ਸਾਹਿਬ ਜੀ ਉਹ ਜਲਾਏ ਦਾ ਚਰਿੱਤਰ ਦੱਸਦੇ ਨੇ। ਕਹਿੰਦੇ ਕਿ ਜਲਾਇਆ ਸੀ, ਉਹ ਨਵਾਂ ਉਹਦਾ ਵਿਆਹ ਹੋਇਆ ਤੇ ਆਪਦੇ ਸਹੁਰੇ ਪਿੰਡ ਚੱਲਿਆ। ਮਾਂ ਨੂੰ ਕਹਿਣ ਲੱਗਾ ਕਿ ਮਾਂ ਮੈਂ ਰਾਸਤੇ ਵਿੱਚ ਕੀ ਕਹਿੰਦਾ ਜਾਵਾਂ, ਕਿਉਂਕਿ ਹੈ ਹੀ ਮੂਰਖ ਸੀ। ਮਹਾਰਾਜ ਸਾਹਿਬ ਜੀ ਨੇ ਆਖਤਾ ਨਾ ਫਿੱਕਾ ਮੂਰਖ ਆਖੀ, ਜਿਹਨੂੰ ਬੋਲਣ ਦਾ ਨਹੀਂ ਢੰਗ ਉਹ ਮੂਰਖ ਆਖਿਆ ਜਾਂਦਾ। ਤੇ ਮਾਂ ਨੂੰ ਪੁੱਛਣ ਲੱਗਾ ਮੈਂ ਰਾਸਤੇ ਵਿੱਚ ਜਾਂਦਾ ਕੀ ਆਖਾਂ। ਮਾਂ ਕਹਿੰਦੀ ਉੱਡਦਾ ਕਹੀ ਜਾ, ਉੱਡ ਜਾ। ਇਸ ਪ੍ਰਕਾਰ ਇਹ ਸ਼ਬਦ ਹੀ ਵਾਰ-ਵਾਰ ਬੋਲੀ ਜਾਏ। ਉਹ ਮਾਂ ਦਾ ਬਚਨ ਮੰਨ ਕੇ ਇਸੇ ਪ੍ਰਕਾਰ ਹੀ ਆਖੀ ਗਿਆ, ਤੁਰੀ ਗਿਆ ਗਾਂ ਰਸਤੇ ਅੰਦਰ। ਜਦੋਂ ਜੰਗਲ ਦੇ ਲਾਗੇ ਪਹੁੰਚਿਆ ਤੇ ਉੱਥੇ ਸ਼ਿਕਾਰੀਆਂ ਨੇ ਪੰਛੀਆਂ ਨੂੰ ਫੜਨ ਦੇ ਵਾਸਤੇ ਸ਼ਿਕਾਰ ਲਾਇਆ ਸੀ, ਜਾਲ ਲਾਇਆ ਹੋਇਆ ਸੀ। ਉਹਨਾਂ ਦੇ ਲਾਗੇ ਜਾ ਕੇ ਆਖਣ ਲੱਗ ਪਿਆ ਉੱਡ ਜਾਓ। ਉਹਨਾਂ ਨੇ ਮਹਾਰਾਜ ਸਾਹਿਬ ਕਹਿੰਦੇ ਬੜਾ ਕੁੱਟਿਆ ਜ਼ਿਆਦਾ ਉੱਥੇ। ਉਹ ਕਹਿਣ ਲੱਗਾ ਮੈਨੂੰ ਤੇ ਮੇਰੀ ਮਾਂ ਨੇ ਆਖਿਆ ਸੀ, ਤੁਸੀਂ ਦੱਸ ਦਿਓ ਮੈਂ ਕੀ ਕਹਾਂ। ਉਹ ਕਹਿੰਦੇ ਆਈ ਜਾਓ ਤੇ ਫਸੀ ਜਾਓ, ਇਸ ਪ੍ਰਕਾਰ ਕਹੀ ਜਾ ਤੇ ਗਾਂ ਤੁਰ। ਉਹ ਗਾਂ ਚਲਾ ਗਿਆ, ਆਪਦੇ ਰਾਸਤੇ ਜਾਂਦਾ ਰਿਹਾ। ਰਾਹ 'ਚ ਉਹਨੂੰ ਚੋਰ ਮਿਲ ਗਏ। ਚੋਰ ਤੁਰੇ ਜਾਂਦੇ ਨੇ ਆਪਦੇ ਸਹਿ ਸੁਭਾਅ, ਜਿਵੇਂ ਰਾਸਤੇ 'ਚ ਆਮ ਲੋਕ ਜਾਂਦੇ ਨੇ ਐਵੇਂ ਚੋਰ ਤੁਰੀ ਜਾਂਦੇ ਨੇ। ਉਹ ਵੀ ਨਾਲ ਤੁਰਨ ਲੱਗ ਪਿਆ ਤੇ ਬੋਲੀ ਜਾਂਦਾ ਆਈ ਜਾਓ ਫਸੀ ਜਾਓ। ਚੋਰਾਂ ਨੂੰ ਲੱਗਾ ਖਰੇ ਸਾਨੂੰ ਆਖਣ ਦਿਆ, ਉਹਨਾਂ ਨੇ ਉਹਨੂੰ ਵੀ ਕੁੱਟ ਦਿੱਤਾ ਫੜ ਕੇ, ਕਿਉਂਕਿ ਬੋਲ ਹੀ ਫਿੱਕੇ ਸਨ, ਬੇਰਸੇ ਸਨ, ਕੋਈ ਰਸ ਨਹੀਂ ਬੋਲਾਂ ਦੇ ਵਿੱਚ, ਫਾਲਤੂ ਬੋਲ ਸਨ। ਚੋਰਾਂ ਨੂੰ ਪੁੱਛਣ ਲੱਗਾ ਫਿਰ ਮੈਂ ਕੀ ਕਵਾਂ। ਉਹ ਕਹਿੰਦੇ ਆਈ ਜਾਓ, ਲਿਆਈ ਜਾਓ ਤੇ ਧਰੀ ਜਾਓ, ਸਮਾਨ ਲਿਆਈ ਜਾਓ ਤੇ ਧਰੀ ਜਾਓ। ਉਹ ਇਸ ਪ੍ਰਕਾਰ ਕਹਿੰਦਾ ਗਾਂ ਤੁਰ ਪਿਆ, ਕਿਉਂਕਿ ਹੈ ਹੀ ਮੂਰਖ ਸੀ, ਫਿੱਕੇ ਬੋਲਾਂ ਵਾਲਾ। ਤੇ ਗਾਂ ਕਿਸੇ ਰਾਜੇ ਦਾ ਬੜਾ ਜਾਨਸ਼ੀਨ ਪੁੱਤਰ ਮਰਿਆ ਸੀ। ਉਹ ਸੰਸਕਾਰ ਦੇ ਵਾਸਤੇ ਰਾਸਤੇ ਵਿੱਚ ਲੈ ਕੇ ਜਾਂਦੇ। ਜਦੋਂ ਸਿਵਿਆਂ ਦੇ ਲਾਗੇ ਪਹੁੰਚ, ਜਿੱਥੇ ਮ੍ਰਿਤਕ ਮੜਾ ਸਾੜਨਾ ਸੀ, ਉੱਥੇ ਪਹੁੰਚੇ। ਜਦੋਂ ਉੱਥੇ ਜਾ ਕੇ ਕਹਿਣ ਲੱਗ ਪਿਆ ਰਾਸਤੇ ਦੇ ਵਿੱਚ ਲਿਆਈ ਜਾਓ ਤੇ ਧਰੀ ਜਾਓ। ਰਾਜੇ ਦੇ ਜਦੋਂ ਸਿਪਾਹੀਆਂ ਨੇ ਸੁਣਿਆ, ਉਹਨਾਂ ਨੇ ਬੜਾ ਜ਼ਿਆਦਾ ਕੁੱਟਿਆ ਉਹਨੂੰ। ਉਹ ਕਹਿਣ ਲੱਗਾ ਫਿਰ ਮੈਂ ਕੀ ਕਵਾਂ, ਤੁਸੀਂ ਦੱਸ ਦਿਓ। ਉਹ ਕਹਿੰਦੇ ਕਿ ਰੱਬ ਦੇ ਕਰਕੇ ਦਿਨ ਕਦੀ ਵੀ ਨਾ। ਗਾਂ ਤੁਰ ਪਿਆ। ਰਾਸਤੇ ਵਿੱਚ ਕਿਸੇ ਦਾ ਬੜੇ ਸਾਲਾਂ ਬਾਅਦ ਪੁੱਤਰ ਦਾ ਜਨਮ ਹੋਇਆ ਕਿਸੇ ਦੇ ਘਰੇ। ਉਹਨਾਂ ਦੇ ਘਰ ਦੇ ਲਾਗਿਓਂ ਦੇ ਲੰਘਿਆ ਤੇ ਕਹਿਣ ਲੱਗ ਪਿਆ ਕਿ ਇਹ ਦਿਨ ਕਦੀ ਨਾ ਆਵੇ। ਪਰਿਵਾਰ ਵਾਲਿਆਂ ਨੂੰ ਇੰਨਾ ਜ਼ਿਆਦਾ ਚਾਅ ਕਿ ਸਾਡੇ ਘਰੇ ਸੰਤਾਨ ਪੈਦਾ ਹੋਈ, ਇੰਨੇ ਲੰਮੇ ਸਮੇਂ ਬਾਅਦ ਪੁੱਤਰ ਪੈਦਾ ਹੋਇਆ, ਤੇ ਇਹ ਆਖੀ ਜਾਂਦਾ ਦਿਨ ਨਾ ਕਦੀ ਆਵੇ ਇਹੋ ਜਿਹੇ। ਉਹਨਾਂ ਨੇ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਬੜੀ ਛਿੱਤਰ ਪਰੇਡ ਕੀਤੀ, ਉੱਥੇ ਬੜਾ ਜ਼ਿਆਦਾ ਕੁੱਟਿਆ। ਕਹਿਣ ਲੱਗ ਪਿਆ ਹੁਣ ਫਿਰ ਮੈਂ ਕੀ ਕਵਾਂ। ਉਹ ਕਹਿੰਦੇ ਕਿ ਇਹੋ ਜਿਹਾ ਦਿਨ ਰੋਜ਼ ਹੀ ਆਵੇ, ਕਿਉਂਕਿ ਚਾਅ ਹੀ ਬੜਾ ਸੀ ਉਹਨਾਂ ਨੂੰ ਪੁੱਤਰ ਦਾ ਕਿ ਸਾਡੇ ਘਰੇ ਪੁੱਤ ਪੈਦਾ ਹੋਇਆ। ਕਹਿੰਦੇ ਇਹੋ ਜਿਹਾ ਦਿਨ ਰੋਜ਼ ਹੀ ਆਵੇ।
ਗਾਂ ਤੁਰ ਪਿਆ ਤੇ ਇੱਕ ਰਾਜੇ ਦਾ ਮਹਿਲ ਸੜਦਾ ਪਿਆ ਸੀ। ਦੋ ਰਾਜਿਆਂ ਦੀ ਆਪਸ ਦੇ ਵਿੱਚ ਭਿੜ ਹੋ ਗਈ। ਰਾਜਾ ਜਦੋਂ ਹਾਰ ਗਿਆ, ਉਹਨਾਂ ਨੇ ਰਾਜੇ ਦੇ ਮਹਿਲ ਨੂੰ ਅੱਗ ਲਾਤੀ, ਉਹਦਾ ਮਹਿਲ ਸਾੜਤਾ ਤੇ ਉਹ ਆਪਦੇ ਸਹਿ ਸੁਭਾ ਤੁਰਿਆ ਜਾਂਦਾ ਸੀ। ਕਹਿਣ ਲੱਗ ਪਿਆ ਕਿ ਰੱਬ ਦੇ ਭਾਣੇ ਰੋਜ਼ ਇਹ ਜਿਹੜਾ ਦਿਨ ਹੈ ਰੋਜ਼ ਹੀ ਆਵੇ। ਉਹਨਾਂ ਨੇ ਉਦੋਂ ਵੀ ਬੜਾ ਜ਼ਿਆਦਾ ਕੁੱਟਿਆ। ਕਲਗੀਧਰ ਮਹਾਰਾਜ ਸਾਹਿਬ ਜੀ ਕਹਿੰਦੇ ਕਿ 10,000 ਪਨਹੀਨ ਕੀ ਸਹੀ ਜਲਾਹੇ ਮਾਰ। ਕਹਿੰਦੇ 10,000 ਜੁੱਤੀਆਂ ਉਹ ਜਲਾਏ ਨੇ ਖਾਧੀਆਂ ਕਿਸ ਕਰਕੇ? ਫਿੱਕਾ ਬੋਲਣ ਦੀ। ਪਾਣਾ ਲਹੈ ਸਜਾਏ, ਸਜ਼ਾ ਕੀ ਮਿਲੀ? ਜੁੱਤੀਆਂ ਦੀ ਸਜ਼ਾ ਮਿਲੀ ਸੰਗਤ ਜੀ ਉਹਨੂੰ, ਕਿਉਂਕਿ ਬੋਲ ਹੀ ਫਿੱਕੇ ਬੋਲਦਾ ਸੀ, ਬੇਰਸੇ ਬੋਲਦਾ ਸੀ, ਕੋਈ ਮਤਲਬ ਨਹੀਂ ਬੋਲਾਂ ਦਾ। ਐਵੇਂ ਵਾਓ ਦਵਾਓ ਦੇ ਵਿੱਚ ਜਿਵੇਂ ਕਿਸੇ ਨੇ ਆਖਿਆ ਉਵੇਂ ਬੋਲੀ ਗਿਆ, ਲਿਆਈ ਜਾਓ ਧਰੀ ਜਾਓ, ਆਹ ਦਿਨ ਚੰਗਾ ਆਇਆ ਮਾੜਾ ਆਇਆ, ਕੋਈ ਬੋਲ ਦਾ ਮਤਲਬ ਨਹੀਂ। ਮਹਾਰਾਜ ਸਾਹਿਬ ਕਹਿੰਦੇ ਇਹੋ ਜਿਹੇ ਫਿੱਕੇ ਬੋਲਣ ਵਾਲਿਆਂ ਨੂੰ ਮੂਰਖ ਆਖਿਆ ਜਾਂਦਾ ਤੇ ਉਹਨਾਂ ਨੂੰ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਜੁੱਤੀਆਂ ਹੀ ਪੈਂਦੀਆਂ ਨੇ। ਮਹੱਲਾ ਪਹਿਲਾ। ਅੰਦਰਹੁ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਲੋਕ ਤੇ ਅੰਦਰੋਂ ਝੂਠੇ ਨੇ, ਅੰਦਰੋਂ ਬੜੇ ਜ਼ਿਆਦੇ ਝੂਠੇ ਨੇ, ਕਿਸੇ ਨਾਲ ਕਦੀ ਸੱਚ ਨਹੀਂ ਬੋਲਿਆ। ਆਪਦੀ ਘਰ ਵਾਲੀ ਨਾਲ ਵੀ ਹਜੇ ਤੱਕ ਮਹਾਰਾਜ ਸਾਹਿਬ ਕਹਿੰਦੇ ਜਿਹਨੇ ਸੱਚ ਨਹੀਂ ਬੋਲਿਆ, ਬੜੇ ਜ਼ਿਆਦੇ ਝੂਠੇ ਨੇ। ਝੂਠ ਦੇ ਵਿੱਚ ਤੇ ਕਹਿੰਦੇ ਭਿੱਜੇ ਪਏ ਨੇ। ਪੈਜ ਬਾਹਰੋਂ ਇਸ ਪ੍ਰਕਾਰ ਨੇ ਜਿਵੇਂ ਬੜੇ ਵੱਡੇ ਦਾਨੀ ਹੋਣ, ਸੱਚੇ ਇਹਨਾਂ ਵਰਗਾ ਸੱਚਾ ਹੀ ਨਹੀਂ ਕੀ ਹੋ ਸਕਦਾ। ਬਾਹਰੋਂ ਤੇ ਬੜੇ ਸੰਤ ਮਹਾਂਪੁਰਖ ਲੱਗਦੇ ਨੇ, ਪਰ ਅੰਦਰੋਂ ਮਹਾਰਾਜ ਸਾਹਿਬ ਕਹਿੰਦੇ ਬੜੇ ਝੂਠੇ ਨੇ। ਦੁਨੀਆ ਅੰਦਰ ਫੈਲ ਤੇ ਸੰਸਾਰ ਦੇ ਉੱਤੇ ਬੜੇ ਚੰਗੇ ਕਰਮ ਕਰਦੇ ਨੇ, ਆਪਣੇ ਆਪ ਨੂੰ ਚੰਗਾ ਸਦਾਉਂਦੇ ਨੇ ਕਿ ਮੈਂ ਬੜਾ ਚੰਗਾ ਹਾਂ, ਚਰਿੱਤਰ ਖੇਡਦੇ ਨੇ ਦੁਨੀਆ ਦੇ ਨਾਲ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਅੰਦਰੋਂ ਝੂਠੇ ਹਨ। 68 ਤੀਰਥ ਜੇ ਨਾਵਹਿ, ਉਤਰੈ ਨਾਹੀ ਮੈਲ। ਮਹਾਰਾਜ ਸਾਹਿਬ ਕਹਿੰਦੇ ਜੇ ਉਹ 68 ਤੀਰਥਾਂ ਤੇ ਇਸ਼ਨਾਨ ਵੀ ਕਰ ਲੈਣ ਨਾ, ਤਾਂ ਵੀ ਉਹ ਝੂਠੇ ਬੰਦਿਆਂ ਦੀ ਮੈਲ ਨਹੀਂ ਉਤਰ ਸਕਦੀ। ਕਿ ਜਿਹਦੀ ਸਾਰੀ ਦੁਨੀਆ ਗਵਾਹੀ ਭਰਦੀ ਹੋਵੇ ਕਿ ਬੰਦਾ ਬੜਾ ਸੱਚਾ, ਇਹਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਕਿਉਂਕਿ ਕੰਮ ਬਾਹਰੋਂ ਚੰਗੇ ਕੀਤੇ, ਚੰਗੀ ਆਪਦੀ ਇੱਜ਼ਤ ਬਣਾਈ ਬਾਹਰ, ਪਰ ਜਦੋਂ ਹੋਵੇ ਅੰਦਰੋਂ ਝੂਠਾ, ਫਿਰ ਮਹਾਰਾਜ ਸਾਹਿਬ ਕਹਿੰਦੇ ਭਾਵੇਂ ਉਹ 68 ਤੀਰਥਾਂ ਤੇ ਇਸ਼ਨਾਨ ਕਰੀ ਜਾਵੇ, ਜਿੰਨੇ ਮਰਜ਼ੀ ਗੁਰਧਾਮਾਂ ਤੇ ਜਾ ਕੇ ਇਸ਼ਨਾਨ ਕਰੀ ਜਾਵੇ, ਜੋ ਕੁਝ ਮਰਜ਼ੀ ਕਰ ਲੇ, ਉਤਰੈ ਨਾਹੀ ਮੈਲ। ਫਿਰ ਮਹਾਰਾਜ ਸਾਹਿਬ ਕਹਿੰਦੇ ਜਿਹੜੀ ਮਨ ਦੇ ਉੱਤੇ ਕਾਲੀ ਪਰਤ ਚੜੀ ਨਾ, ਕਾਲਾ ਛਾਹ ਹੋਇਆ ਪਿਆ ਮਨ ਝੂਠ ਮਾਰ ਕੇ, ਮਹਾਰਾਜ ਸਾਹਿਬ ਕਹਿੰਦੇ ਉਹ ਮੈਲ ਉਤਰ ਨਹੀਂ ਸਕਦੀ। ਜਿੰਨੇ ਮਰਜ਼ੀ ਤੀਰਥ ਨਾਲ। ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਾਹ ਬਿਲੋਗ ਸਪਾਨੀ, ਕਾਇਆ ਮਾਜਸ ਕਵਨ ਗੁਨਾ, ਜੋ ਘਟ ਭੀਤਰ ਹੈ ਮਲਨਾ। ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪ੍ਰਮਾਣ ਕਰਦੇ ਨੇ, ਇਹ ਮੂਰਖ ਜੀਵਾ ਕਾਇਆ ਕਿਉਂ ਮਾਂਜੀ ਜਾਣਾ ਆਪਦੀ? ਸਰੀਰ ਤੇ 3-3 ਵਾਰੀ ਸਾਬਣ ਕਿਉਂ ਲਾਉਣਾ ਜਦੋਂ ਅੰਦਰੋਂ ਤੇ ਤੂੰ ਮੈਲਾ ਹੈ? ਅੰਦਰ ਤੇਰੇ ਇੰਨੀ ਜ਼ਿਆਦੀ ਮੈਲ ਜੰਮੀ ਹੋਈ ਏ, ਬਾਹਰੋਂ ਕਿਉਂ ਇੰਨਾ ਨਹਾਉਣਾ ਹੈ ਜਦੋਂ ਅੰਦਰੋਂ ਤੇਰੇ ਮੈਲ ਨਹੀਂ ਜਾਂਦੀ? ਮਹਾਰਾਜ ਸਾਹਿਬ ਕਹਿੰਦੇ ਉਹ ਝੂਠਾ ਜੀਵ ਜਿੰਨੇ ਮਰਜ਼ੀ ਤੀਰਥ ਇਸ਼ਨਾਨ ਕਰ ਲੈ, ਕੋਈ ਵਰਤ ਆਦਿਕ ਰੱਖ ਲੈ, ਕਰਮ ਕਾਂਡ ਕਰ ਲੈ, ਪਰ ਮੈਲ ਨਹੀਂ ਉਤਰ ਸਕਦੀ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਮਹਾਰਾਜ ਸਾਹਿਬ ਕਹਿੰਦੇ ਜ਼ਰੂਰੀ ਨਹੀਂ ਜਿਹਨੇ ਕੋਟ ਪੈਂਟ ਚੰਗਾ ਪਾਇਆ, ਚੰਗਾ ਚੋਲਾ ਪਾਇਆ ਨੀਵਾਂ ਗਿੱਟਿਆਂ ਤੱਕ, ਉਹੀ ਚੰਗਾ ਹੋ ਸਕਦਾ ਹੈ। ਮਹਾਰਾਜ ਸਾਹਿਬ ਕਹਿੰਦੇ ਜਿਨ ਪਟ ਅੰਦਰ ਬਾਹਰ ਗੁੱਦੜ, ਜਿਨ੍ਹਾਂ ਦੇ ਅੰਦਰ ਜਿਹੜੇ ਰੇਸ਼ਮ ਵਰਗੇ ਨੇ ਮੁਲਾਇਮ, ਜਿਨ੍ਹਾਂ ਦਾ ਅੰਦਰ ਜਿਹੜਾ ਨਾਰੀਅਲ ਵਰਗਾ ਏ, ਬਾਹਰੋਂ ਭਾਵੇਂ ਖਰਵੇ ਹੋਣ ਜੀ ਸਦਕੇ ਹੋਣ, ਪਰ ਜਿਨ੍ਹਾਂ ਦਾ ਅੰਦਰ ਮੁਲਾਇਮ ਹੈ ਨਾ, ਮਹਾਰਾਜ ਸਾਹਿਬ ਕਹਿੰਦੇ ਭਾਵੇਂ ਉਹ ਬਾਹਰੋਂ ਗੁੱਦੜੇ ਵੀ ਹੋਣ, ਪਾਟੇ ਲੀੜੇ ਪਾਏ ਹੋਣ, ਉਹਨ ਗਰੀਬੜੇ ਹੋਣ, ਤੇ ਭਲੇ ਸੰਸਾਰ ਦੇ ਉਹ ਵੀ ਭਲੇ ਜਾਣੇ ਜਾਂਦੇ ਨੇ ਜਿਨ੍ਹਾਂ ਦਾ ਅੰਦਰ ਸੱਚਾ ਹੈ।
ਜਿਨ੍ਹਾਂ ਨੇ ਰੱਬ ਦੇ ਨਾਲ ਤਾਰ ਜੋੜੀ ਏ, ਅੰਦਰ ਸੱਚਾ, ਕਿਸੇ ਨਾਲ ਕਦੀ ਝੂਠ ਨਹੀਂ ਬੋਲਿਆ, ਕਿਸੇ ਦੇ ਨਾਲ ਦਗਾ ਨਹੀਂ ਕਮਾਇਆ, ਧੋਖਾ ਨਹੀਂ ਕੀਤਾ, ਈਰਖਾ ਦੁਆਖ ਨਹੀਂ ਰੱਖੀ ਕਿਸੇ ਦੇ ਨਾਲ। ਜੇ ਕਿਸੇ ਨੇ ਮਾੜਾ ਕਹਿਤਾ ਉਹ ਵੀ ਭਾਣੇ ਵਿੱਚ ਮੰਨਿਆ, ਚੰਗਾ ਕਹਿਤਾ ਉਹ ਵੀ ਭਾਣੇ ਵਿੱਚ ਮੰਨਿਆ। ਬਾਹਰੋਂ ਭਾਵੇਂ ਪਾਟੇ ਲੀੜੇ ਪਾਏ ਨੇ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਵੀ ਸੰਸਾਰ ਦੇ ਭਲੇ ਮੰਨੇ ਜਾਂਦੇ ਹਨ। ਤਿੰਨ ਨੇਹ ਲੱਗਾ ਰੱਬ ਸੇਤੀ, ਦੇਖਣੇ ਵਿਚਾਰ। ਮਹਾਰਾਜ ਸਾਹਿਬ ਜੀ ਕਹਿੰਦੇ ਭਾਵੇਂ ਲੀੜੇ ਜਿਹੜੇ ਬਾਹਰੋਂ ਪਾਟੇ ਪਾਏ ਨੇ, ਪਰ ਅੰਦਰੋਂ ਉਹਨਾਂ ਦਾ ਜਿਹੜਾ ਪਿਆਰ ਹੈ ਰੱਬ ਦੇ ਨਾਲ ਬੜਾ ਜ਼ਿਆਦਾ ਲੱਗਾ। ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਕਿਸੇ ਨੂੰ ਤਰਕ ਹੋਵੇ ਨਾ ਕਿ ਇਹ ਪਾਟੇ ਲੀੜਿਆਂ ਵਾਲਾ ਕਿਵੇਂ ਜਪ ਸਕਦਾ ਨਾਮ, ਮਹਾਰਾਜ ਸਾਹਿਬ ਕਹਿੰਦੇ ਵਿਚਾਰ ਕਰਕੇ ਵੇਖ ਲਓ ਭਾਈ। ਜੇ ਕਿਸੇ ਨੂੰ ਸ਼ੱਕ ਹੋਵੇ ਕੋਈ ਕਿ ਇਹ ਨਾਮ ਨਹੀਂ ਜਪਦਾ ਹੋਊਗਾ, ਇਹ ਝੂਠਾ ਹੋਊਗਾ, ਮਹਾਰਾਜ ਸਾਹਿਬ ਕਹਿੰਦੇ ਜੇ ਤੇ ਕਿਸੇ ਨੂੰ ਸ਼ੱਕ ਹੈ ਉਹਨਾਂ ਦੇ ਨਾਲ ਵਿਚਾਰ ਕਰਕੇ ਵੇਖ ਲਓ। ਉਹ ਤੇ ਇਹੋ ਹੀ ਫਰਮਾਨ ਕਰਨਗੇ, ਘਾਟ ਘਾਟ ਮੈਂ ਹਰਜੂ ਬਸੈ, ਸੰਤਨ ਕਹੇ ਉਪਕਾਰ। ਇਹ ਸੰਤਾਂ ਨੇ ਪੁਕਾਰ ਪੁਕਾਰ ਕੇ ਕਿਹਾ ਹੈ ਕਿ ਘਾਟ ਘਾਟ ਦੇ ਵਿੱਚ ਹਰੀ ਜੂ ਵਸਦਾ ਹੈ। ਮਹਾਰਾਜ ਸਾਹਿਬ ਕਹਿੰਦੇ ਜਦੋਂ ਮਰਜ਼ੀ ਉਹਨਾਂ ਦੇ ਨਾਲ ਵਿਚਾਰ ਕਰਕੇ ਵੇਖ ਲਿਓ, ਉਹਨਾਂ ਦੀ ਵਿਚਾਰ ਇਹੋ ਹੀ ਨਿਕਲੇਗੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨ। ਉਹ ਤੇ ਇਹੋ ਹੀ ਕਹਿਣਗੇ ਧੰਨ ਉਹ ਸਫਲ ਘੜੀ ਜਿਹੜੇ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਗਏ ਸਨ। ਬੜੇ ਬਲਿਹਾਰਨੇ ਵਾਰਨੇ ਜਾਣੇ ਹਾਂ, ਫੇਰਨੇ ਜਾਣੇ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਨੇ ਆਪਦੇ ਚਰਨਾਂ ਦੇ ਨਾਲ ਲਾਇਆ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਭਗਤ ਜਨ ਐਸੇ ਹਨ, ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਨਾ ਉਹਨਾਂ ਦੇ ਨਾਲ ਵਿਚਾਰ ਕਰਕੇ ਵੇਖ ਲੇ। ਰੰਗ ਹੱਸੈ ਰੰਗ ਰੂਵਹਿ, ਚੁੱਪ ਭੀ ਕਰ ਜਾਹੇ। ਜਿਹੜੇ ਕਲਯੁਗੀ ਜੀਵ ਨੇ ਉਹ ਤੇ ਬੜੇ ਰੰਗ ਬਦਲਦੇ ਨੇ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਉਹਦੇ ਵਾਹਿਗੁਰੂ ਦੇ ਭਗਤ ਜਨ ਹਨ ਉਹ ਰੰਗ ਹੱਸੈ ਹੈ, ਉਹ ਵਾਹਿਗੁਰੂ ਦੇ ਰੰਗ ਵਿੱਚ ਹੀ ਹੱਸਦੇ ਨੇ। ਹੱਸਦੇ ਕਿਵੇਂ ਨੇ ਕਿ ਮਹਾਰਾਜ ਸਾਹਿਬ ਜੀ ਤੁਸੀਂ ਮਹਿਲ ਮਾੜੀਆਂ ਸਾਨੂੰ ਦਿੱਤੀਆਂ ਨੇ, ਇੰਨੇ ਜ਼ਿਆਦਾ ਸੁੱਖ ਦੇਤੇ। ਰਾਤ ਨੂੰ ਏਸੀ ਦੇ ਵਿੱਚ ਸੌਂਦਾ ਹੈ, ਸਿਆਲਾਂ ਦੇ ਵਿੱਚ ਗੀਜ਼ਰ ਦੇ ਪਾਣੀ ਦੇ ਨਾਲ ਨਹਾਈਦਾ ਹੈ। ਕਿੰਨੇ ਜ਼ਿਆਦਾ ਮਹਾਰਾਜ ਸਾਹਿਬ ਜੀ ਤੁਸੀਂ ਸਾਨੂੰ ਸੁੱਖ ਦਿੱਤੇ। ਉਹਦੇ ਰੰਗ ਦੇ ਵਿੱਚ ਹੀ ਹੱਸਦੇ ਨੇ। ਰੰਗ ਰੋਵੈ ਹੈ, ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਹੀ ਰੋਂਦੇ ਨੇ, ਪ੍ਰੇਮ ਦੇ ਵਿੱਚ ਭਿੱਜ ਕੇ ਵਿਰਾਗ ਦੇ ਵਿੱਚ ਆ ਕੇ ਰੋਂਦੇ ਨੇ। ਜਾਂ ਇਹ ਕਹਿ ਲਓ ਕਿ ਇਸ ਪ੍ਰਕਾਰ ਰੋਂਦੇ ਨੇ ਕਿ ਜਿਹੜਾ ਪਿਛਲਾ ਸਮਾਂ ਲੰਘ ਗਿਆ ਕਿੰਨਾ ਵਿਅਰਥ ਹੋ ਗਿਆ। ਕਿਉਂਕਿ ਸੰਗਤ ਜੀ ਜੇ ਕਿਸੇ ਨੂੰ ਕਿਸੇ ਚੀਜ਼ ਤੋਂ ਮੁਨਾਫਾ ਹੋ ਜਾਵੇ, ਫਾਇਦਾ ਹੋ ਜਾਵੇ, ਤੇ ਬੰਦਾ ਕਹਿੰਦਾ ਪਹਿਲੋਂ ਜੇ ਮੈਂ ਇਹ ਕੰਮ ਕਰ ਲੈਂਦਾ ਮੈਨੂੰ ਹੋਰ ਜ਼ਿਆਦਾ ਫਾਇਦਾ ਹੋ ਜਾਣਾ। ਬੰਦਾ ਪਛਤਾਉਂਦਾ ਹੈ ਵਾਰ-ਵਾਰ ਕਿ ਜੇ ਇਹ ਕੰਮ ਪਹਿਲੋਂ ਕਰ ਲੈਨੇ ਤੇ ਫਾਇਦਾ ਜਿਹੜਾ ਜ਼ਿਆਦਾ ਹੋ ਜਾਣਾ ਸੀ। ਵਾਰ-ਵਾਰ ਜੀ ਪਛਤਾਉਂਦਾ ਹੈ। ਇਸੇ ਪ੍ਰਕਾਰ ਹੀ ਮਹਾਰਾਜ ਸਾਹਿਬ ਕਹਿੰਦੇ ਰੰਗ ਰੋਵੈ ਹੈ, ਉਹ ਜੀਵ ਇਸ ਪ੍ਰਕਾਰ ਪਛਤਾਉਂਦੇ ਨੇ, ਅੰਦਰੋਂ ਰੋਂਦੇ ਨੇ ਕਿ ਇੰਨਾ ਸਮਾਂ ਖਰਾਬ ਕਰ ਲਿਆ। ਬਹੁਤ ਜਨਮ ਵਿਛੜੇ ਥੇ ਮਾਧੋ, ਇੰਨੇ ਜਨਮ ਵਿਛੜੇ ਰਹੇ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਪਛਤਾਉਂਦੇ ਨੇ ਵਿਰਾਗ ਦੇ ਵਿੱਚ ਕਿ ਇੰਨਾ ਸਮਾਂ ਆਨੰਦ ਤੋਂ ਬਗੈਰ ਹੀ ਗੁਜ਼ਾਰ ਦਿੱਤਾ। ਚੁੱਪ ਵੀ ਕਰ ਜਾਹੇ, ਤੇ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਆ ਕੇ ਕਦੀ ਚੁੱਪ ਕਰ ਜਾਂਦੇ ਹਨ। ਪਰਵਾਹ ਨਾਹੀ ਕਿਸੈ ਕੇਰੀ, ਬਾਝ ਸੱਚੇ ਨਾਹ। ਐਸੇ ਜਿਹੜੇ ਗੁਰਮੁਖ ਜਨ ਸੰਤ ਜਨ ਹਨ, ਪਰਵਾਹ ਨਾਹੀ ਕਿਸੈ ਕੇਰੀ, ਉਹਨਾਂ ਨੂੰ ਨਹੀਂ ਕਿਸੇ ਦੀ ਪਰਵਾਹ ਹੁੰਦੀ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੋਰ ਉਹ ਕਿਸੇ ਨੂੰ ਨਹੀਂ ਮੰਨਦੇ, ਕਿਸੇ ਦੀ ਉਹਨਾਂ ਨੂੰ ਮੁਥਾਜ ਨਹੀਂ ਹੁੰਦੇ, ਕਿਸੇ ਦੀ ਉਹ ਪਰਵਾਹ ਨਹੀਂ ਕਿਸੇ ਦੀ ਹੁੰਦੀ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਨਾ ਤੇ ਉਹ ਕਿਸੇ ਨੂੰ ਡਰ ਦਿੰਦੇ ਨੇ ਤੇ ਨਾ ਕਿਸੇ ਤੋਂ ਡਰ ਲੈਂਦੇ ਨੇ। ਐਸੇ ਗੁਰਮੁਖ ਜਨ ਭਗਤ ਜਨ ਨੇ ਜਿਨ੍ਹਾਂ ਨੂੰ ਕਿਸੇ ਦੀ ਪਰਵਾਹ ਨਹੀਂ, ਕਿਸੇ ਤੋਂ ਕੁਝ ਲੈਂਦੇ ਨਹੀਂ, ਨਾ ਡਰਦੇ ਨੇ ਨਾ ਡਰ ਦਿੰਦੇ ਨੇ। ਆਜ਼ਾਦ ਪੰਛੀ ਹੋ ਕੇ ਵਿਚਰਦੇ ਨੇ, ਖਾਲਸ ਸਰੂਪ ਹੋ ਕੇ ਉਹ ਵਿਚਰਦੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਬਾਝ ਸੱਚੇ ਨਾ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਡਰ, ਆਪਦੇ ਕੰਤਪਤੀ ਦਾ ਡਰ, ਅਕਾਲ ਪੁਰਖ ਵਾਹਿਗੁਰੂ ਸੁਆਮੀ ਦਾ ਡਰ ਹਿਰਦੇ 'ਚ ਧਾਰਨ ਕਰਦੇ ਨੇ, ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ। ਦਰ ਵਾਟ ਉੱਪਰ ਖਰਚ ਮੰਗਾ, ਜਬੈ ਦੇ ਤਾ ਖਾਹੇ। ਉਹ ਤੇ ਵਾਹਿਗੁਰੂ ਦੇ ਦਰ ਗ੍ਰਹਿ ਵਿੱਚ
ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਰੱਬ ਤੋਂ ਇਹੀ ਫਰਿਆਦ ਮੰਗਦੇ ਨੇ, ਮਹਾਰਾਜ ਸਾਹਿਬ ਜੀ ਪਰਲੋਕ ਦੇ ਰਸਤੇ ਦਾ ਖਰਚਾ ਦੇ ਦਿਓ, ਭਗਤੀ ਦੇ ਦਿਓ। ਇਹੋ ਹੀ ਖਰਚਾ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਉਹ ਮੰਗਦੇ ਨੇ। ਦਰਵਾਟ ਉੱਪਰ ਖਰਚ ਮੰਗਾ, ਜਬੈ ਦੇ ਤਾ ਖਾਹੇ। ਉਹ ਵਾਹਿਗੁਰੂ ਦੇ ਸਤ ਸੰਗਤ ਦੇ ਵਿੱਚ ਆ ਕੇ ਉਹਦੇ ਭਗਤੀ ਰੂਪ ਖਰਚੇ ਮੰਗਦੇ ਨੇ ਕਿ ਮਹਾਰਾਜ ਸਾਹਿਬ ਜੀ ਸੱਚਖੰਡ ਨੂੰ ਜਾਣਾ, ਰਾਸਤੇ ਦਾ ਖਰਚਾ ਦੇ ਦਿਓ, ਭਗਤੀ ਦੇ ਦਿਓ ਸਾਨੂੰ। ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬਹੁ ਬੋ ਬਹੁ। ਮਹਾਰਾਜ ਸਾਹਿਬ ਜੀ ਨਾਮ ਰੂਪ ਬੀ ਦੇ ਦਿਓ ਸਾਨੂੰ, ਅਸੀਂ ਬੀ ਲਈਏ ਆਪਣੀ ਧਰਤੀ ਦੇ ਅੰਦਰ। ਜਬੈ ਦੇ ਤਾ ਖਾਹੇ। ਜਦੋਂ ਵਾਹਿਗੁਰੂ ਦਿੰਦੇ ਹਨ ਉਦੋਂ ਹੀ ਉਹ ਖਾ ਲੈਂਦੇ ਹਨ। ਦੀਵਾਨ ਏਕੋ ਕਲਮ ਏਕਾ, ਹਮਾ ਤੁਮਾ ਮੇਲ। ਤੇ ਕਈ ਜੀਵ ਸੰਸਾਰ ਦੇ ਉੱਤੇ ਇਹੋ ਜਿਹੇ ਨੇ ਜਿਹੜੇ ਹਮਤਾ ਤੁਮਤਾ ਦੇ ਵਿੱਚ ਹੀ ਫਸੇ। ਆਹ ਚੀਜ਼ ਮੇਰੀ ਹੈ, ਆਹ ਤੇਰੀ ਹੈ, ਮੈਂ ਜ਼ਿਆਦਾ ਚੰਗਾ, ਤੂੰ ਬੜਾ ਮਾੜਾ ਹੈ, ਸਾਰਾ ਕੁਝ ਮੈਂ ਕੀਤਾ, ਤੂੰ ਕੀ ਕੀਤਾ। ਮਹਾਰਾਜ ਸਾਹਿਬ ਜੀ ਕਹਿੰਦੇ ਕਈ ਜੀਵ ਤੇ ਹਮਤਾ ਦੇ ਵਿੱਚ ਤੁਮਤਾ ਦੇ ਵਿੱਚ ਫਸੇ ਨੇ ਕਿ ਤੂੰ ਕੀ ਕੀਤਾ, ਸਾਰਾ ਕੁਝ ਤੇ ਮੈਂ ਕੀਤਾ। ਹਉਮੈ ਦੇ ਵਿੱਚ ਫਿਰਦੇ ਨੇ। ਇਹਨਾਂ ਜਿਹੜਾ ਹਮਤਾ ਤੁਮਤਾ ਦੇ ਮੇਲ ਵਿੱਚ ਜਿਹੜੇ ਫਿਰਦੇ ਨੇ ਨਾ, ਮਹਾਰਾਜ ਸਾਹਿਬ ਜੀ ਕਹਿੰਦੇ ਦੀਵਾਨ ਇੱਕੋ ਕਲਮ ਇੱਕ। ਉਹਨਾਂ ਦੇ ਵਾਸਤੇ ਵੀ ਇੱਕੋ ਹੀ ਕਲਮ ਹੈ ਤੇ ਇੱਕੋ ਹੀ ਕਚਹਿਰੀ ਲੱਗਦੀ ਉਹਨਾਂ ਦੇ ਵਾਸਤੇ, ਧਰਮ ਰਾਜੇ ਦੀ ਕਚਹਿਰੀ। ਇੱਕੋ ਹੀ ਕਲਮ ਦੇ ਨਾਲ ਉਹਨਾਂ ਦੇ ਲੇਖੇ ਪੱਤੇ ਲਿਖੇ ਜਾਂਦੇ ਹਨ। ਦਰ ਲਏ ਲੇਖਾ ਪੀੜ ਛੁਟੈ, ਨਾਨਕਾ ਜਿਉ ਤੇਲ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਉਹਨਾਂ ਦਾ ਲੇਖਾ ਲਿਆ ਜਾਂਦਾ ਨਾ ਦਰ ਤੇ ਵਾਹਿਗੁਰੂ ਦੀ ਕਚਹਿਰੀ ਦੇ ਅੰਦਰ, ਤੇ ਜਦੋਂ ਫਿਰ ਸਜ਼ਾ ਮਿਲਦੀ ਹੈ ਇਸ ਪ੍ਰਕਾਰ ਮਿਲਦੀ ਜਿਵੇਂ ਕੋਹਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ। ਏਦਾਂ ਫਿਰ ਉਹਨਾਂ ਨੂੰ ਸੰਗਤ ਜੀ ਨਗਾਇਆ ਜਾਂਦਾ, ਸੂਖਮ ਸਰੀਰਾਂ ਨੂੰ ਬੜੀ ਜ਼ਿਆਦੀ ਸਜ਼ਾ ਦਿੱਤੀ ਜਾਂਦੀ ਉਹਨਾਂ ਨੂੰ, ਜਿਹੜੇ ਹੰਕਾਰ ਦੇ ਵਿੱਚ ਹੀ ਤੁਰੇ ਫਿਰੇ। ਸਾਡੀਆਂ ਬੜੀਆਂ ਉੱਚੀਆਂ ਕੋਠੀਆਂ, ਬੜੀਆਂ ਪੈਲੀਆਂ, ਸਾਡੇ ਕੋਲ ਜ਼ਮੀਨਾਂ ਹੀ ਬੜੀਆਂ ਨੇ। ਜਲੰਧਰ ਦੇ ਵਿੱਚ, ਕਪੂਰਥਲੇ ਦੇ ਵਿੱਚ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸਾਡੇ ਪਲਾਟ ਨੇ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਇਸੇ ਪ੍ਰਕਾਰ ਹੀ ਤੁਰੇ ਫਿਰੇ ਨਾ ਕਿ ਸਾਡੇ ਕੋਲ ਤੇ ਹੈ ਹੀ ਬੜਾ ਕੁਝ, ਦੂਜਿਆਂ ਕੋਲ ਕੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਤੇ ਫਿਰ ਤਿਲ ਕਹਾਣੀ ਪੀੜ ਆ ਜਾਂਦਾ। ਜਿਵੇਂ ਤਿਲ ਪੀੜਿਆ ਜਾਂਦਾ ਨਾ ਕੋਹਲੂ ਦੇ ਅੰਦਰ, ਇਸ ਤਰ੍ਹਾਂ ਸੰਗਤ ਜੀ ਉਹ ਸਾਰੇ ਪੀੜੇ ਜਾਂਦੇ ਨੇ। ਜਿਵੇਂ ਤਿਲ ਦਾ ਤੇਲ ਬਣ ਜਾਂਦਾ ਬਾਅਦ ਚੋਂ, ਇਸੇ ਪ੍ਰਕਾਰ ਹੀ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਦਾ ਕੀਮਾ ਬਣ ਜਾਂਦਾ ਹੈ। ਪੌੜੀ ਆਪੇ ਹੀ ਕਰਣਾ ਕੀਓ, ਕਲ ਆਪੇ ਹੀ ਤੈ ਧਾਰੀਐ। ਇਸ ਕਰਕੇ ਉਸ ਪਰਮੇਸ਼ਰ ਦਾ ਸੰਗਤ ਦੀ ਡਰ ਰੱਖਣਾ ਚਾਹੀਦਾ ਕਿ ਅਸੀਂ ਕਦੀ ਵੀ ਕਿਸੇ ਨੂੰ ਮਾੜਾ ਬੋਲ ਨਾ ਬੋਲੋ ਜਿਹਦੇ ਨਾਲ ਕਿਸੇ ਦਾ ਹਿਰਦਾ ਦੁਖੇ। ਭਾਵੇਂ ਕੋਈ ਚੰਗਾ ਹੀ ਹੋਵੇ ਭਾਵੇਂ ਮਾੜਾ ਹੋਵੇ, ਕਿਸੇ ਨੂੰ ਕੋਈ ਮਾੜਾ ਬੋਲ ਨਾ ਬੋਲੋ। ਜੇ ਕੋਈ ਬੋਲਦਾ ਨਾ ਉਹਨੂੰ ਸੰਗਤ ਜੀ ਕੋਈ ਸਿੱਖਿਆ ਹੀ ਦਿਓ, ਬਸ ਇਹ ਕਹਿ ਦਿਓ ਕਰਤਾਰ ਭਲੀ ਕਰਨਗੇ। ਕਿਉਂਕਿ ਸੰਗਤ ਜੀ ਜ਼ਮਾਨਾ ਹੀ ਨਹੀਂ ਅੱਜ ਕੱਲ੍ਹ ਕਿਸੇ ਨੂੰ ਸਮਝਾਉਣ ਦਾ। ਜੇ ਕਿਸੇ ਨੂੰ ਸਮਝਾਈਏ ਤੇ ਅਗਲਾ ਗਲ ਪੈਂਦਾ, ਤੂੰ ਮੈਨੂੰ ਕੀ ਸਮਝਾਊਂਗਾ, ਮੈਂ ਤੇ ਅੱਗੇ ਬੜਾ ਸਮਝਿਆ ਹੋਇਆ, ਤੂੰ ਮੈਨੂੰ ਸਮਝਾ ਕੇ ਕੀ ਕਰੂੰਗਾ। ਇਸ ਕਰਕੇ ਉਹ ਤੇ ਆਪਦੇ ਦਿੱਤੇ ਕਰਮ ਖਾਈ ਜਾਂਦਾ ਹੈ। ਜਿਵੇਂ ਜਿਵੇਂ ਪਰਮੇਸ਼ਰ ਨੇ ਉਹਨੂੰ ਲਾਇਆ ਉਵੇਂ ਲੱਗਾ ਹੈ ਆਪਦੇ ਕਰਮਾਂ ਦੇ ਹਿਸਾਬ ਦੇ ਨਾਲ। ਤੇ ਇਸ ਕਰਕੇ ਕਿਸੇ ਨੂੰ ਮਾੜਾ ਬੋਲਣਾ ਸੰਗਤ ਜੀ ਬੋਲੀਏ, ਹਰੇਕ ਨੂੰ ਪ੍ਰੇਮ ਦੀ ਪਰਿਭਾਸ਼ਾ ਦੇ ਨਾਲ ਬੋਲੀਏ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸਕ ਹਾਂ। ਸਾਡੇ ਖਾਲਸੇ ਪੰਥ ਦੇ ਰਹਿਬਰ ਇਸ਼ਟ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਹਨ। ਤੇ ਗੁਰੂ ਦੇ ਬਚਨ ਦੇ ਅੰਦਰ ਆਉਣਾ, ਜੇ ਗੁਰਮੁਖ ਬਣਨਾ ਹੈ ਤੇ ਗੁਰੂ ਜੀ ਤੇ ਉਹੀ ਉਪਦੇਸ਼ ਦਿੰਦੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਿਹੜਾ ਸੱਜਣ ਸੁਆਮੀ ਹੈ, ਕੰਤ ਵਾਹਿਗੁਰੂ ਹੈ, ਉਹਦੇ ਕਹਿੰਦੇ ਮਿੱਠੇ ਬੋਲਾਂ ਵਾਲਾ। ਹਉ ਸੰਮਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ। ਉਹ ਵਾਹਿਗੁਰੂ ਕਦੀ ਕਿਸੇ ਨੂੰ ਗਾਲੀ ਗਲੋਚ ਨਹੀਂ ਦਿੰਦਾ ਸੰਗਤ, ਕੌੜਾ ਬੋਲ ਨਹੀਂ ਕਦੀ ਵੀ ਕਿਸੇ ਨੂੰ ਬੋਲਦਾ। ਤੇ ਆਪਾਂ ਵੀ ਉਸ ਵਾਹਿਗੁਰੂ ਦੇ ਧੀਆਂ ਪੁੱਤ ਹਾਂ।
ਜਿਹੋ ਜੇ ਮਾਂ ਬਾਪ ਦੇ ਲੱਛਣ ਹੋਣ ਬੱਚੇ ਦੇ ਵਿੱਚ ਵੀ ਉਹੋ ਜਿਹੇ ਆ ਹੀ ਜਾਂਦੇ। ਜਿਹੋ ਜਿਹਾ ਪਿਤਾ ਦਾ ਕਰੈਕਟਰ ਕਰਤੱਵ ਹੋਵੇ ਉਹੋ ਜਿਹਾ ਪੁੱਤਰ ਦੇ ਵਿੱਚ ਫਿਰ ਆ ਹੀ ਜਾਂਦਾ। ਆਪਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਹਾਂ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿਸੂਸ ਕਣੇ। ਰੋਜ਼ ਹੀ ਮਹਾਰਾਜ ਸਾਹਿਬ ਜੀ ਅੱਗੇ ਬੇਨਤੀਆਂ ਕਰਦੇ, ਗੁਰੂ ਜੀ ਤੁਸੀਂ ਸਾਡੇ ਮਾਤਾ ਹੋ, ਪਿਤਾ ਵੀ ਤੁਸੀਂ ਹੋ, ਤੁਹਾਡੀ ਕਿਰਪਾ ਦੇ ਅੰਦਰ ਅਸੀਂ ਸੁੱਖ ਮਾਣਦੇ ਹਾਂ। ਫਿਰ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਣ ਯੋਗ ਹੈ। ਕਦੀ ਵੀ ਕਿਸੇ ਨੂੰ ਫਿੱਕਾ ਬੋਲ ਨਾ ਬੋਲੋ ਜਿਹਦੇ ਨਾਲ ਕਿਸੇ ਦਾ ਹਿਰਦਾ ਦੁੱਖ ਜਾਏ। ਤੇ ਝੂਠ ਤੇ ਸੰਗਤ ਜੀ ਬੋਲਣਾ ਹੀ ਨਹੀਂ ਚਾਹੀਦਾ। ਝੂਠ ਵੇਖ ਲਓ ਹੁਣ ਫਿਰ ਸਜ਼ਾ ਕਿੱਡੀ ਵੱਡੀ ਮਿਲਦੀ ਹੈ। ਸਿੱਧਾ ਹੀ ਮਹਾਰਾਜ ਸਾਹਿਬ ਕਹਿੰਦੇ ਫਿਰ ਕੋਹਲੂ ਦੇ ਵਿੱਚ ਪੀੜਿਆ ਜਾਂਦਾ ਜੀ, ਬੜੀ ਸਖਤ ਸਜ਼ਾ ਦਿੱਤੀ ਜਾਂਦੀ। ਇਹ ਨਹੀਂ ਜੇ ਬੰਦਾ ਮਰ ਜਾਵੇਗਾ ਉੱਥੇ, ਆਤਮਾ ਨੇ ਸੰਗਤ ਜੀ ਕਦੀ ਮਰਦੀ, ਆਤਮਾ ਫਿਰ ਉਹੋ ਜਿਹੀ ਰਹਿੰਦੀ, ਪਰ ਦਰਦ ਓਨਾ ਹੀ ਲੱਗਦਾ। ਗੁਰੂ ਗ੍ਰੰਥ ਸਾਹਿਬ ਜੀ ਤੇ ਵਾਰ-ਵਾਰ ਹਵਾਲੇ ਦਿੰਦੇ ਨੇ ਗੁਰਸਿੱਖਾਂ ਨੂੰ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਗੁਰਸਿੱਖੋ ਬਾਜੋ, ਝੂਠ ਨਾ ਬੋਲ ਬੈਠਿਓ, ਕਿਤੇ ਕਿਸੇ ਨਾਲ ਧੱਕਾ ਨਾ ਕਰ ਬੈਠਿਓ, ਬੜਾ ਮਾੜਾ ਹੋਵੇਗਾ। ਇੰਨੇ ਜਨਮ ਜਿਹੜੇ ਬੀਤ ਗਏ ਨੇ, ਕਿੱਥੇ ਜਾਓਗੇ? ਫਿਰ ਜੂਨਾਂ ਦੇ ਵਿੱਚ ਪੈ ਜਾਓਗੇ। ਵਾਰੀ ਨਹੀਂ ਆਉਣੀ, ਹੁਣ ਤੇਰੀ ਵਾਰੀ ਹੈ, ਇਹ ਤੇਰੀ ਅਵਸਰ, ਇਹ ਤੇਰੀ ਵਾਰ। ਗੁਰਸਿੱਖਾ ਹੁਣ ਸਮਾਂ ਬਣਿਆ, ਹੁਣ ਨਾਮ ਜਪਲਾ ਨਾਮ। ਗੁਰੂ ਗ੍ਰੰਥ ਸਾਹਿਬ ਜੀ ਤੇ ਇਸ ਪ੍ਰਕਾਰ ਸੰਗਤ ਦੀ ਆਵਾਜ਼ਾਂ ਮਾਰਦੇ ਨੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਲੋੜ ਹੈ, ਸੱਚ ਬੋਲਣ ਦੀ ਲੋੜ ਹੈ। ਮਹਾਰਾਜ ਸਾਹਿਬ ਜੀ ਆਪੇ ਹੀ ਝੋਲੀ 'ਚ ਪਾ ਲੈਣਗੇ, ਆਪੇ ਹੀ ਮਹਾਰਾਜ ਸਾਹਿਬ ਜੀ ਨੇ ਗਲਵੱਕੜੀ ਵਿੱਚ ਲੈ ਲੈਣਾ। ਆਓ ਸਾਰੇ ਰਲ ਮਿਲ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ। ਆਪੇ ਹੀ ਕਰਣਾ ਕੀਓ, ਕਲ ਆਪੇ ਹੀ ਤੈ ਧਾਰੀਐ। ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਆਪੇ ਹੀ ਕਾਰਨ ਸਰੀਰ ਪੈਦਾ ਕੀਤੇ, ਸ੍ਰਿਸ਼ਟੀ ਪੈਦਾ ਕਰਤੀ, ਮੇਦਨੀ ਸਾਜ ਦਿੱਤੀ। ਕਲ ਆਪੇ ਹੀ ਤੈ ਧਾਰੀਐ। ਆਪੇ ਹੀ ਉਸ ਵਾਹਿਗੁਰੂ ਨੇ ਸਾਰਿਆਂ ਦੇ ਵਿੱਚ ਆਪਣੀ ਜੋਤ ਪ੍ਰਕਾਸ਼ਿਤ ਕਰ ਦਿੱਤੀ, ਸਾਰਿਆਂ ਦੇ ਵਿੱਚ ਆਪਣੀ ਜਿਹੜੀ ਸ਼ਕਤੀ ਸੀ ਉਹ ਧਰ ਦਿੱਤੀ। ਕੁਦਰਤ ਕਰਕੇ ਵਸਿਆ ਸੋ। ਉਹ ਵਾਹਿਗੁਰੂ ਕੁਦਰਤ ਰੂਪ ਹੋ ਕੇ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਦੇਖੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀਐ। ਕਿਤੇ ਸੰਗਤ ਜੀ ਭੁਲੇਖਾ ਨਾ ਖਾ ਲਿਓ ਕਿ ਉਹ ਵਾਹਿਗੁਰੂ ਕਿਸੇ ਨੂੰ ਵੇਖਦਾ ਨਹੀਂ, ਉਹ ਤੇ ਸਾਰਿਆਂ ਨੂੰ ਵੇਖਦਾ। ਕੀੜੀ ਨੂੰ ਵੀ ਚੱਲਦੀ ਨੂੰ ਵਾਹਿਗੁਰੂ ਵੇਖਦਾ ਹੈ, ਤੇ ਹਾਥੀ ਨੂੰ ਤੇ ਵੇਖ ਹੀ ਲੈਣਾ। ਸਾਰਿਆਂ ਤੇ ਨਿਗਾਹ ਹੈ ਉਸ ਵਾਹਿਗੁਰੂ ਦੀ। ਦੇਖੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀ। ਸਾਰਿਆਂ ਦੀ ਕੱਚੀ ਪੱਕੀ ਵੇਖ ਰਿਹਾ ਹੈ। ਕੋਈ ਇਹ ਨਾ ਸੋਚੇ ਕਿ ਮੈਂ ਇਕੱਲਾ ਹੀ ਕਰਮ ਕਮਾਲਾਂ, ਕੋਈ ਇਕੱਲਾ ਜੀਵ ਕਦੀ ਨਹੀਂ ਹੋ ਸਕਦਾ। ਜੇ ਕੋਈ ਕਵੇ ਨਾ ਕਿ ਮੈਂ ਕੋਈ ਕਰਮ ਲੋਕੇ ਕਮਾਲਾਂ ਜਿੱਥੇ ਮੈਨੂੰ ਦੁਨੀਆ ਨਾ ਵੇਖੇ, ਸੰਗਤ ਜੀ ਦੁਨੀਆ ਦਾ ਤੇ ਕੋਈ ਨਹੀਂ, ਚੱਲ ਜਾਵੇਗਾ, ਥੋੜਾ ਸਮਾਂ ਹੈ ਦੁਨੀਆ ਤੇ। ਪਰ ਜਦੋਂ ਪਰਲੋਕ ਦੇ ਵਿੱਚ ਗਾਂ ਫਿਰ ਸਰੋਪੇ ਪਾਉਣੇ ਜਮਾਣੇ, ਉਹ ਉਦੋਂ ਕੌਣ ਬਚਾਵੇਗਾ? ਇਸ ਕਰਕੇ ਕੱਚੀ ਪੱਕੀ ਸਾਰੀ ਹੈ, ਕੱਚੀ ਪੱਕੀ ਤੇ ਉੱਥੇ ਸਰਨੀ ਫਿਰ ਸੰਗਤ ਜੀ। ਇਸ ਕਰਕੇ ਜੇ ਕਿਸੇ ਨੇ ਚੰਗੇ ਕਰਮ ਕੀਤੇ ਉਹ ਵੀ ਉੱਥੇ ਲਿਖੇ ਜਾਣਗੇ, ਤੇ ਜੇ ਕਿਸੇ ਨੇ ਮਾੜੇ ਕਰ ਲਏ ਉਹ ਵੀ ਉੱਥੇ ਪ੍ਰਵਾਨ ਹੋਣਗੇ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ। ਭਾਵੇਂ ਕੋਈ ਜਿਸ ਪ੍ਰਕਾਰ ਮਰਜ਼ੀ ਆਇਆ, ਜਿਹਨੇ ਇੱਕ ਵਾਰੀ ਜਨਮ ਲੈ ਲਿਆ ਨਾ, ਮਹਾਰਾਜ ਸਾਹਿਬ ਕਹਿੰਦੇ ਜੋ ਆਇਆ, ਜਿਹੜਾ ਇੱਕ ਵਾਰੀ ਸੰਸਾਰ ਮੰਡਲ ਤੇ ਆ ਗਿਆ ਸੋ ਚੱਲ ਸੀ, ਉਹਨੂੰ ਫਿਰ ਇਸ ਸੰਸਾਰ ਤੋਂ ਜਾਣਾ ਪਵੇਗਾ। ਸਭ ਕੋਈ ਆਈ ਵਾਰੀ ਹੈ, ਸਾਰਿਆਂ ਦੀ ਸੰਗਤ ਦੀ ਵਾਰੀ ਆਈ, ਇੱਥੇ ਕੋਈ ਨਹੀਂ ਰਿਹਾ। ਸਾਡੇ ਪੁਰਖੇ ਵੀ ਚਲੇ ਗਏ, ਅਸੀਂ ਵੀ ਚਲੇ ਜਾਣਾ, ਧੀਆਂ ਪੁੱਤਰ ਆਉਣਗੇ, ਗਾਂ ਵਾਲੀ ਜਨਰੇਸ਼ਨ ਆਵੇਗੀ, ਫਿਰ ਉਹਨਾਂ ਨੇ ਵੀ ਚਲੇ ਜਾਣਾ। ਇਹ ਤੇ ਸੰਸਾਰ ਆਵਾਗਮਨ ਜਿਹੜਾ ਹੈ ਇਹ ਬਣਿਆ ਹੈ। ਰਾਣਾ ਰਾਓ ਨਾ ਕੋ ਰਹਿ ਰੰਗ, ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦਾ ਧੀਰ। ਜਿਸ ਕੇ ਜੀਅ ਪ੍ਰਾਨ ਹੈ, ਕਿਆ ਸਾਹਿਬ ਮਨਹੁ ਵਿਸਾਰੀਐ। ਸਤਿਗੁਰੂ ਜੀ ਕਹਿੰਦੇ ਜਿਹੜੇ ਜੀਵ ਦੇ ਹਿਰਦੇ ਦੇ ਅੰਦਰ, ਸਰੀਰ ਦੇ ਅੰਦਰ ਪ੍ਰਾਣ ਚੱਲਦੇ ਨੇ, ਸਵਾਸ ਚੱਲਦੇ ਨੇ,
ਕਿਉ ਸਾਹਿਬ ਮਨੋਂ ਵਿਸਾਰੀਏ, ਫਿਰ ਮਾਲਕ ਨੂੰ ਕਿਉਂ ਵਿਸਾਰਦੇ ਭਾਈ। ਜਿਹਨੇ ਇੰਨਾ ਕੁਝ ਦੇਤਾ, ਇੰਨੀ ਸੁੰਦਰ ਬਾਡੀ ਦੇਤੀ, ਜਿਹਨੂੰ ਸਾਰੇ ਸੋਹਣਾ ਸੋਹਣਾ ਆਂਦੇ ਨੇ, ਕਹਿੰਦੇ ਨੇ ਕਿੱਡਾ ਸੋਹਣਾ ਸਰੀਰ ਹੈ ਤੇਰਾ, ਬੜਾ ਨਿੱਗਰ ਸਰੀਰ ਤੇਰਾ, ਤੇਰੀ ਤੇ ਕਾਇਆ ਹੀ ਬੜੀ ਸੁੰਦਰ ਹੈ। ਮਹਾਰਾਜ ਸਾਹਿਬ ਕਹਿੰਦੇ ਜਿਨੇ ਵਾਹਿਗੁਰੂ ਨੇ ਜੀਵ ਪੈਦਾ ਕਰਤਾ, ਜੀਵ ਦੇ ਵਿੱਚ ਪ੍ਰਾਣ ਪਾਤੇ, ਪਾਉਣ ਦਾ ਵਾਜਾ ਵਜਾਤਾ, ਸਾਰੇ ਮਿਰਤਕ ਮੜੇ ਦੇ ਅੰਦਰ ਆਪਦੀ ਜੋਤ ਪ੍ਰਕਾਸ਼ ਕਰਤੀ। ਮਹਾਰਾਜ ਸਾਹਿਬ ਕਹਿੰਦੇ ਕਿਉ ਸਾਹਿਬ ਮਨੋਂ ਵਿਸਾਰੀਏ, ਐਸੇ ਮਾਲਕ ਨੂੰ ਕਿਉਂ ਵਿਸਾਰੀਏ ਭਾਈ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਆਪਣੇ ਹੱਥੀ ਆਪੇ ਹੀ ਆਪਦਾ ਕਾਰਜ ਸਵਾਰੀਏ, ਕਿਸੇ ਨੇ ਨਹੀਂ ਸਵਾਰ ਕੇ ਦੇਣਾ ਸੰਗਤ ਜੀ। ਆਪਦੇ ਹੱਥੀ ਆਪਦਾ ਕੰਮ ਜਿਹੜਾ ਆਪ ਹੀ ਸਵਾਰਨਾ ਪਵੇਗਾ। ਜੇ ਤੇ ਸੰਸਾਰ ਤੋਂ ਤਰਨਾ ਹੈ, ਫਿਰ ਨਾਮ ਆਪ ਜਪਣਾ ਪਵੇਗਾ, ਖੁਦ ਚੱਲ ਕੇ ਆਉਣਾ ਪਵੇਗਾ ਗੁਰੂ ਕੀ ਸਾਰ ਸੰਗਤ ਅੰਦਰ। ਇਹ ਨਹੀਂ ਕਿ ਜੇ ਸਪੀਕਰ ਲੱਗ ਗਏ ਹੁਣ ਤੇ ਘਰਾਂ ਦੇ ਵਿੱਚ ਬੈਠੇ ਬਾਣੀ ਸੁਣੀ ਜਾਈਏ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਫੋਨ ਤੇ ਨਹੀਂ, ਪ੍ਰਤੱਖ ਕਰਨੇ ਪੈਣਗੇ, ਆਪਦੇ ਹੱਥੀਂ ਕਾਰਜ ਸਵਾਰਨੇ ਪੈਣਗੇ। ਕਿਉਂਕਿ ਜਿਹੜੀ ਸੰਗਤ ਦੀ ਧੂੜ ਹੱਥਾਂ ਨੂੰ ਲੱਗਣੀ ਹੈ, ਮਸਤਕ ਤੇ ਲੱਗਣੀ, ਜਿੱਥੇ ਲੇਖ ਪੁੱਠੇ ਸਿੱਧੇ ਹੋਣੇ ਨੇ, ਉਹ ਸੰਗਤ ਜੀ ਫਿਰ ਮੋਬਾਈਲ ਤੇ ਬੈਠੀਆਂ ਨਹੀਂ ਹੋ ਸਕਦੇ, ਨਾ ਘਰੇ ਬੈਠੀਆਂ ਹੋ ਸਕਦੇ। ਉਹ ਤੇ ਗੁਰੂ ਘਰ ਆ ਕੇ ਮੌਕਾ ਕਰ ਸੰਤਨ ਕੀ ਧੂੜੇ ਮੰਗ ਕੇ, ਫਿਰ ਸੰਗਤ ਦੀ ਧਰਮ ਚਰਨਾਂ ਦੀ ਧੂੜ ਮਿਲੇਗੀ, ਫਿਰ ਜਿਹੜੇ ਲੇਖ ਪੁੱਠੇ ਹੋਏ ਨੇ ਉਹ ਸਿੱਧੇ ਹੋਣਗੇ। ਇਸ ਕਰਕੇ ਆਪਦੇ ਹੱਥੀਂ ਆਪਦਾ ਕਾਰਜ ਆਪ ਸਵਾਰਨਾ ਪਵੇਗਾ। ਸਾਰੇ ਪਰਿਵਾਰ ਦੇ ਵਿੱਚੋਂ ਜੇ ਕੋਈ ਬਜ਼ੁਰਗ ਮੈਂਬਰ ਆਉਂਦਾ ਹੈ, ਉਹ ਬਜ਼ੁਰਗ ਮੈਂਬਰ ਦਾ ਹੀ ਭਾਈ ਭਲਾ ਹੋਵੇਗਾ। ਇਹ ਨਹੀਂ ਕਿ ਸਾਰੇ ਤਰ ਜਾਣ, ਸਾਰੇ ਤਾਂ ਤਰਨਗੇ ਜੇ ਬਜ਼ੁਰਗ ਦੀ ਮੰਨਦੇ ਵੀ ਹੋਣਗੇ। ਇਸ ਕਰਕੇ ਆਪਦੇ ਹੱਥੀਂ ਆਪਦਾ ਕਾਰਜ ਸਵਾਰਨਾ ਪਵੇਗਾ ਸੰਗਤ ਜੀ। ਇਹ ਨਹੀਂ ਕਿ ਕੋਈ ਸਾਨੂੰ ਕਾਰਜ ਸਵਾਰ ਕੇ ਦੇ ਦੇ। ਜਿਵੇਂ ਸਕੂਲਾਂ ਦੇ ਵਿੱਚ ਹੁੰਦਾ ਏ, ਰਿਸ਼ਵਤ ਦੇ ਕੇ ਜਾਂ ਉਸ ਤਰ੍ਹਾਂ ਹੱਥੋਂ ਹੱਥੀ ਕਰਕੇ ਬੱਚਿਆਂ ਦੇ ਪੇਪਰ ਦਵਾ ਦਈਦੇ ਨੇ, ਪਰ ਸੱਚੇ ਦੀ ਦਰਗਾਹ ਦੇ ਅੰਦਰ ਸੰਗਤ ਜੀ ਇਸ ਪ੍ਰਕਾਰ ਨਹੀਂ ਹੋ ਸਕਦਾ। ਜਿਹੜਾ ਕੰਮ ਸਾਡਾ ਹੈ ਉਹ ਸਾਨੂੰ ਹੀ ਕਰਨਾ ਪਵੇਗਾ। ਆਪੋ ਆਪਣੇ ਸਾਰੇ ਮਤਲਬ ਲਈ ਆਏ ਨੇ, ਸਾਰਿਆਂ ਨੇ ਆਪੋ ਆਪਣੇ ਮਤਲਬ ਲਈ ਕਰਨਾ ਹੈ। ਇਸ ਕਰਕੇ ਕਿਸੇ ਤੇ ਆਸਰਾ ਨਾ ਰੱਖੋ, ਆਸਰਾ ਰੱਖੋ ਜਿੰਨੇ ਤਾਰਨਾ। ਗੁਰੂ ਗ੍ਰੰਥ ਸਾਹਿਬ ਜੀ ਤੇ ਆਸਰਾ ਰੱਖੋ ਜਿਨ੍ਹਾਂ ਨੇ ਸਾਨੂੰ ਪਾਰ ਲੈ ਕੇ ਜਾਣਾ ਹੈ ਸੰਸਾਰ ਸਮੁੰਦਰ ਤੋਂ। ਹੋਰ ਕਿਸੇ ਤੇ ਕੋਈ ਨਾ ਆਸਰਾ ਰੱਖੋ। ਮਿੱਠੇ ਬੋਲ ਬੋਲੋ, ਸਾਰਿਆਂ ਦੇ ਨਾਲ ਪ੍ਰੇਮ ਰੱਖੋ। ਇਹੋ ਹੀ ਸੱਚ ਹੈ ਸੰਗਤ ਜੀ, ਇਹਦੇ ਵਿੱਚ ਹੀ ਭਲਾ ਹੈ। ਆਓ 2 ਮਿੰਟ ਵਾਹਿਗੁਰੂ ਸਿਮਰਨ ਦਾ ਅਭਿਆਸ ਕਰ ਲਈਏ, ਜਿਹਦੇ ਨਾਲ ਸਾਰੇ ਹੀ ਤਰ ਜਾਵਾਂਗੇ ਸੰਗਤ ਜੀ। ਸਾਰਿਆਂ ਦਾ ਹੀ ਭਲਾ ਹੋ ਜਾਵੇਗਾ। ਜਿੱਥੋਂ ਤੱਕ ਆਵਾਜ਼ ਜਾਵੇਗੀ ਗੁਰੂ ਦੀ ਸੰਗਤ ਦੀ, ਉੱਥੋਂ ਤੱਕ ਹੀ ਹਰਿਆਵਲਤਾ ਪ੍ਰਫੁੱਲਤਾ ਆ ਜਾਵੇਗੀ। ਬੜੀ ਜ਼ਿਆਦੀ ਕਿਰਪਾ ਮਿਹਰਾਮਤ ਹੋਵੇਗੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਉ ਬੁਲਾਵ ਹੋ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਆਪ ਤੇ ਸੰਗਤ ਜੀ ਕਦੀ ਨਹੀਂ ਬੋਲ ਸਕਦਾ ਜੀਵ, ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਵਾਲੀ ਸਤਿਗੁਰੂ ਕਿਰਪਾ ਮੇਰਾ ਕਰਨ ਉਹੀ ਬੋਲਿਆ ਜਾ ਸਕਦਾ ਹੈ। ਤੇ ਸਾਰਿਆਂ ਦਾ ਧਰਮ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਸੱਚੇ ਦੀ ਬਾਹ ਫੜ ਲਈਏ। ਸੰਗਤ ਜੀ ਜਦੋਂ ਪਿਓ ਦੀ ਉਂਗਲੀ ਫੜ ਲਈਏ ਫਿਰ ਕਿਸੇ ਦਾ ਡਰ ਨਹੀਂ ਰਹਿੰਦਾ, ਫਿਰ ਪਤਾ ਹੁੰਦਾ ਮੇਰਾ ਪਿਓ ਮੇਰੇ ਨਾਲ। ਜਦੋਂ ਇਕੱਲਾ ਤੁਰ ਪਏ ਫਿਰ ਤੇ ਛੋਟੇ ਛੋਟੇ ਵੀ ਭਾਈ ਰਗੜ ਦਿੰਦੇ ਨੇ ਬੰਦੇ ਨੂੰ। ਜਦੋਂ ਪਿਓ ਨਾਲ ਹੋਵੇ ਭਾਵੇਂ ਦੁਨੀਆ ਦਾ ਬਾਦਸ਼ਾਹ ਵੀ ਸਾਹਮਣੇ ਆ ਕੇ ਲੜਨ ਨੂੰ ਤਿਆਰ ਹੋ ਜਾਵੇ, ਪਰ ਬੱਚੇ ਨੂੰ ਯਕੀਨ ਹੁੰਦਾ ਕਿ ਮੇਰਾ ਬਾਪ ਮੇਰੇ ਨਾਲ ਹੈ, ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ, ਉਹ ਕਿਸੇ ਚੀਜ਼ ਦਾ ਭੈ ਨਹੀਂ ਮੰਨਦਾ ਉਦੋਂ। ਇਸ ਕਰਕੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ। ਵਾਰ-ਵਾਰ ਬੇਨਤੀਆਂ ਕਰਨੀਆਂ ਨੇ, ਪ੍ਰਵਾਨ ਕਰਨੀਆਂ ਤੇ ਨਾ ਕਰਨੀਆਂ ਗੁਰੂ ਕੀ ਸੰਗਤ ਦੀ ਮਰਜ਼ੀ, ਆਪੋ ਆਪਣਾ ਭਾਈ ਕਰਮ ਹੈ। ਜਿਵੇਂ ਵਾਹਿਗੁਰੂ ਨੇ ਦਿੱਤਾ ਉਵੇਂ ਸਾਰੇ ਖਾਈ ਜਾਂਦੇ ਨੇ। ਸੰਸਾਰ ਆਵਾਗਮਨ ਬਣਿਆ, ਇੱਕ ਦਿਨ ਸਾਰਿਆਂ ਨੇ ਚਲ ਜਾਣਾ, ਕੋਈ ਚੰਗਾ ਕੰਮ ਕਰ ਲੇ, ਕੋਈ ਮਾੜਾ ਕਰ ਲੇ। ਇਸ ਕਰਕੇ 20 ਪੌੜੀਆਂ ਦੀ ਵਿਚਾਰ ਗੁਰੂ ਕੀ ਸੰਗਤ ਨੇ ਸਰਵਣ ਕੀਤੀ ਹੈ। ਸੰਗਤ ਦੀ 4 ਪੌੜੀਆਂ ਦੀ ਵਿਚਾਰ ਹੋਰ ਰਹਿ ਗਈ। ਤਕਰੀਬਨ ਸੰਗਰਾਂਦ ਵਾਲੇ ਦਿਨ ਜਾਂ ਸੰਗਰਾਂਦ ਤੋਂ ਅਗਲੇ ਦਿਨ ਭੋਗ ਪੈ ਜਾਣੇ ਹਨ। ਮਹਾਰਾਜ ਸਾਹਿਬ ਜੀ ਕਿਰਪਾ ਮੇਰਾਮ ਕਰਨ। ਰੋਜ਼ ਸੰਗਤ ਜੀ ਜੁੜਿਆ ਕਰੀਏ, ਇਸੇ ਪ੍ਰਕਾਰ ਹੀ ਬੜਾ ਆਨੰਦ ਵੱਜਦਾ ਹੈ। ਇਹ ਜਿਹੜੀ ਕਥਾ ਸੰਗਤ ਜੀ ਆਪਣੇ ਨਗਰ ਦੇ ਵਿੱਚ ਚੱਲਦੀ ਹੈ ਨਾ ਤੇ ਮੈਂ ਆਪਦੇ ਜ਼ੋਰ ਤੇ ਚਲਾਈ ਤੇ ਨਾ ਕਿਸੇ ਨੇ ਉਦਮ ਦਿੱਤਾ ਤੇ ਨਾ ਕੋਈ ਉਦਮ ਦੇ ਹੀ ਸਕਦਾ। ਇਹ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਵਡਿਆਈ ਭਾਉਂਦੀ ਸੀ, ਉਹਨਾਂ ਕਰਵਾ ਲਈ ਸੰਗਤ ਜੀ। ਨਹੀਂ ਤੇ ਅਸੀਂ ਅਲਪਗ ਜੀਵ, ਅਸੀਂ ਤੇ ਪਾਮਰ ਜੀਵ, ਅਸੀਂ ਕਿੱਥੇ ਵਡਿਆਈ ਕਰ ਸਕਦੇ। ਵਾਹਿਗੁਰੂ ਜਿਨ੍ਹਾਂ ਨੇ ਇੰਨੇ ਜਨਮ ਨਹੀਂ ਕੀਤੀ ਹੁਣ ਕਿਵੇਂ ਕਰ ਲਾਂਗੇ। ਇਹ ਤੇ ਮਹਾਰਾਜ ਨੇ ਆਪ ਬਾਂਹ ਫੜੀ ਹੈ ਸੰਗਤ ਜੀ, ਆਪ ਆਪਣੀ ਗੋਦੀ ਦੇ ਅੰਦਰ ਭਾਇਆ ਹੈ, ਕਿਰਪਾ ਮਿਹਰਾਮਤ ਕੀਤੀ ਹੈ। ਇਸ ਕਰਕੇ ਇੱਥੋਂ ਦੀ ਕਥਾ ਕੱਲੇ ਸੁਲਤਾਨਪੁਰ ਏਰੀਏ 'ਚ ਨਹੀਂ, ਸਾਰੇ ਵਰਲਡ ਨੂੰ ਸੰਗਤ ਜੀ ਪ੍ਰਫੁੱਲਤ ਕਰਦੀ ਹੈ। ਮੈਂ ਕਰਦਾ ਤਾਂ ਨਹੀਂ ਕਰਦੇ, ਇਹ ਕਥਾ ਦੀ ਪਾਵਰ ਹੈ ਸੰਗਤ ਜੀ। ਸੁਣ ਹਰ ਕਥਾ ਉਤਾਰੀ ਮੈਲ, ਜਿੱਥੇ ਜਿੱਥੇ ਕਥਾ ਆਵੇਗੀ ਉੱਥੇ ਮੈਲ ਉਤਰਦੀ ਜਾਵੇਗੀ। ਜੀਵਾਂ ਦੀ ਵਿਸ਼ੇ ਵਿਕਾਰਾਂ ਦੀ ਮੈਲ ਆਪਣੇ ਆਪ ਹੀ ਐਟੋਮੈਟਿਕ ਉਤਰ ਜਾਵੇਗੀ। ਕਿਉਂਕਿ ਐਡੀ ਛੇਤੀ ਸੰਗਤ ਜੀ ਕਿਸੇ ਦੇ ਕੰਨਾਂ ਦੇ ਵਿੱਚ ਉਪਦੇਸ਼ ਨਹੀਂ ਪੱਕਾ ਹੁੰਦਾ, ਹੌਲੀ ਹੌਲੀ ਫਰਕ ਪੈਂਦਾ। ਹੌਲੀ ਸਮਾਂ ਪਾ ਕੇ ਜਦੋਂ ਰੋਜ਼ ਕਥਾ ਸੁਣਾਂਗੇ ਹੌਲੀ ਹੌਲੀ ਫਰਕ ਪੈ ਜਾਊਗਾ। ਸਮਾਂ ਪਈ ਜਾਊਗਾ, ਫਰਕ ਪਈ ਜਾਊਗਾ। ਫਿਰ ਕਿਸੇ ਦਿਨ ਇਹੋ ਜਿਹਾ ਆਊਗਾ ਗੁਰੂ ਨਾਨਕ ਦੇਵ ਜੀ ਪ੍ਰਤਾਖੀ ਦਰਸ਼ਨ ਦੇ ਦੇਣਗੇ। ਇਹ ਤੇ ਸਾਰੀ ਧਰਤੀ ਦੀ ਸੰਗਤ ਦੀ ਮੈਲ ਉਤਰ ਰਹੀ ਹੈ। ਮਹਾਰਾਜ ਸਾਹਿਬ ਦੀ ਕਿਰਪਾ ਕਰਨ, ਸਾਨੂੰ ਵੀ ਅਲਪਗ ਜੀਵਾਂ ਨੂੰ, ਪਾਮਰ ਜੀਵਾਂ ਨੂੰ ਉਤਾਰ ਲੈਣ, ਕਿਰਪਾ ਮਿਹਰਾਮਤ ਕਰਨ। ਸਾਰੇ ਗੁਰੂ ਦੀ ਸੰਗਤ ਦਾ ਧੰਨਵਾਦ। ਜਿਹੜੇ ਆਏ ਸਮਾਂ ਜਿਹੜਾ ਸੰਗਤ ਦੀ ਸਫਲਾ ਹੈ। ਅੰਮ੍ਰਿਤ ਵੇਲਾ ਬੜਾ ਸ਼ਾਂਤਮਈ ਮਾਹੌਲ ਬਣਿਆ ਸੀ। ਸਤਿਗੁਰਾਂ ਨੇ ਕਿਰਪਾ ਕੀਤੀ, 2 ਘੜੀਆਂ ਸਾਰਿਆਂ ਨੇ ਨਾਮ ਜਪ ਲਿਆ, ਬੜਾ ਹੀ ਜ਼ਿਆਦਾ ਫਾਇਦਾ ਹੋ ਗਿਆ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ। ਸਾਰੇ ਆਓ ਰਲ ਮਿਲ ਕੇ ਸੰਗਤ ਦੀ ਪੰਕਤੀਆਂ ਪੜ੍ਹੀਏ। ਜਿਸ ਕੇ ਜੀਅ ਪ੍ਰਾਣ ਹੈ, ਕਿਉ ਸਾਹਿਬ ਮਨ ਹੋ ਵਿਸਾਰੀਐ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अघनाश, हे पूरन हे सर्व मैं
ਦੁਖ ਭੰਜਨ ਗੁਣ ਤਾਸ। ਏ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕਾ। ਏ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕਾ। ਏ ਅਪਰੰਪਰ ਹਰ ਹਰੇ, ਹੈ ਪੀਹੂ ਵਣਹਾਰ। ਏ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਏ ਠਾਕੁਰ ਹਉ ਦਾਸੁਰ, ਮੈਂ ਨਿਰਗੁਣ ਗੁਣ ਨਹੀਂ ਹੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਬ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰੈ ਸਦਾ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰੈ ਸਦਾ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।